बहुत ही सत्कारयोग वाइस चांसलर साहब प्रोफेसर अर्जुन जी, बहुत ही सत्कारयोग नौजवान दोस्तों, और मैं बहुत शुक्रगुजार हाँ सारी थिएटर विभाग और भाषा विकास विभाग और यूथ कल्चर विभाग का कि ਅਸੀਂ ਜਦੋਂ ਇਹ ਪ੍ਰੋਗਰਾਮ ਉਲੀਕਿਆ ਔਰ ਜਿਸ ਖੁੱਲੇ ਮਨ ਦੇ ਨਾਲ ਖੁੱਲੇ ਦਿਲ ਦੇ ਨਾਲ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ। ਔਰ ਇਹ ਭਾਜੀ ਗੁਰਸ਼ਰਨ ਸਿੰਘ ਹੁਰਾਂ ਦਾ ਦਿਹਾੜਾ ਜਿਹੜਾ ਕਿ ਅਸੀਂ ਹਰ ਸਾਲ 16 ਸਤੰਬਰ ਨੂੰ ਅਸੀਂ ਮਨਾਉਂਦੇ ਹਾਂ, ਜਨਮ ਦਿਹਾੜਾ ਉਹਨਾਂ ਦਾ, ਔਰ ਹਰ ਸਾਲ ਅਸੀਂ ਉਹਨਾਂ ਬਾਰੇ ਗੱਲਾਂ ਕਰਦੇ ਹਾਂ। ਪਰ ਜਦੋਂ ਮੈਂ ਇਹ ਗੱਲ ਕਰਦਾ ਕਿ ਹਰ ਸਾਲ ਗੱਲਾਂ ਕਰਦੇ ਹਾਂ ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਭਾਜੀ ਬਾਰੇ ਕਦੋਂ ਨਹੀਂ ਗੱਲਾਂ ਕਰਦੇ, ਭਾਜੀ ਬਾਰੇ ਅਸੀਂ ਕਦੋਂ ਨਹੀਂ ਬਾਤਾਂ ਪਾਉਂਦੇ, ਭਾਜੀ ਬਾਰੇ ਕਦੋਂ ਨਹੀਂ ਗੱਲਾਂ ਹੋਣਗੀਆਂ, ਭਾਜੀ ਬਾਰੇ ਕਦੋਂ ਨਹੀਂ ਬਾਤਾਂ ਪਾਈਆਂ ਜਾਣਗੀਆਂ। ਜਦੋਂ ਤੱਕ ਇਸ ਧਰਤੀ ਦੇ ਉੱਤੇ ਮਨੁੱਖ ਜਿੰਦਾ ਹੈ, ਗੁਰਸ਼ਰਨ ਭਾਜੀ ਦੀਆਂ ਬਾਤਾਂ ਪੈਂਦੀਆਂ ਰਹਿਣਗੀਆਂ। ਔਰ ਜਦੋਂ ਤੱਕ ਮੈਂ ਸਮਝਦਾ ਕਿ ਰੰਗਮੰਚ ਇਸ ਧਰਤੀ ਦੇ ਉੱਤੇ ਜਿੰਦਾ ਹੈ, ਗੁਰਸ਼ਰਨ ਭਾਜੀ ਯਾਦ ਆਉਂਦੇ ਰਹਿਣਗੇ। ਗੁਰਸ਼ਰਨ ਭਾਜੀ ਕਦੀ ਨਹੀਂ ਭੁੱਲ ਸਕਦੇ। ਉਹਨਾਂ ਦਾ ਕੰਮ ਇੰਨਾ ਵੱਡਾ ਹੈ, ਉਹਨਾਂ ਦਾ ਕੱਦ ਇੰਨਾ ਉੱਚਾ ਹੈ, ਉਹ ਇੰਨੇ ਉੱਚੇ ਸੁੱਚੇ ਇਖਲਾਕ ਦੇ ਮਾਲਕ, ਉਹਨਾਂ ਨੇ ਇੰਨਾ ਉੱਚਾ ਸੁੱਚਾ ਲਿਖਿਆ, ਇੰਨੀ ਉੱਚੀ ਸੁੱਚੀ ਕਲਾ ਦੀ ਬਾਤ ਪਾਈ ਕਿ ਅਸੀਂ ਉਹ ਸਭ ਕੁਝ ਨੂੰ ਭੁਲਾ ਹੀ ਨਹੀਂ ਸਕਦੇ। ਉਹ ਸਭ ਕੁਝ ਮੈਂ ਇਸ ਲਈ ਬਹੁਤ ਸਾਰੀਆਂ ਗੱਲਾਂ ਭਾਜੀ ਬਾਰੇ, ਭਾਜੀ ਦੇ ਨਾਲ, ਕਿਉਂਕਿ ਮੈਂ 10 ਸਾਲ ਰੈਗੂਲਰ ਕੰਮ ਕੀਤਾ ਭਾਜੀ ਦੇ ਨਾਲ, ਔਰ ਤਪਦੇ ਸਮਿਆਂ ਦੇ ਵਿੱਚ 1978 ਤੋਂ ਲੈ ਕੇ 88 ਤੱਕ, ਤੇ ਪਰ ਭਾਜੀ ਦੇ ਨਾਲ ਆਖਰੀ ਪਲਾਂ ਤੱਕ 2011 ਤੱਕ ਉਹਨਾਂ ਦੇ ਨਾਲ ਅਸੀਂ ਜੁੜੇ ਰਹੇ। ਔਰ ਸਾਰੇ ਉਹ ਅਸੀਂ ਉਹਨਾਂ ਦੇ ਸਫ਼ਰ ਦੇ ਗਵਾਹ ਬਣੇ, ਉਹ ਸਾਡੇ ਸਫ਼ਰ ਦੇ ਗਵਾਹ ਬਣੇ। ਉਹਨਾਂ ਹਮੇਸ਼ਾ ਆਸ਼ੀਰਵਾਦ ਦਿੱਤਾ ਤੇ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਉਹਨਾਂ ਦੇ ਸ਼ਾਗਿਰਦ ਹਾਂ, ਅਸੀਂ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਹਾਂ, ਅਸੀਂ ਕਦੀ ਨਹੀਂ ਉਹਨਾਂ ਨੂੰ ਭੁਲਾ ਸਕਦੇ। ਅਸੀਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਅਸੀਂ ਉਹਨਾਂ ਨੂੰ ਕਦੋਂ ਨਹੀਂ ਯਾਦ ਕਰਦੇ। ਅਸੀਂ ਜਦੋਂ ਵੈਸੇ ਵੀ ਬੈਠਦੇ ਹਾਂ ਸਾਰੇ ਥੀਏਟਰ ਵਾਲੇ, ਤੇ ਉਹ ਕੋਈ ਪਲ ਨਹੀਂ ਹੁੰਦਾ ਕਿ ਭਾਜੀ ਤੋਂ ਬਗੈਰ ਕਦੀ ਕੋਈ ਗੱਲ ਹੋਈ ਹੋਵੇ, ਕਦੀ ਕਿਧਰੇ ਕੋਈ ਜ਼ਿਕਰ ਹੋਰ ਹੋ ਰਿਹਾ ਹੋਵੇ ਤਾਂ ਵੀ ਭਾਜੀ ਉਹਦੇ ਵਿਚਕਾਰ ਆ ਜਾਂਦੇ। ਉਹਨਾਂ ਨੇ ਮੈਂ ਕੱਲ੍ਹ ਇੱਕ ਜਗ੍ਹਾ ਗੱਲ ਹੋ ਰਹੀ ਸੀ ਤੇ ਮੈਂ ਕਿਹਾ ਭਾਜੀ ਕਿੱਥੇ ਨਹੀਂ ਹੈਗੇ। ਭਾਜੀ ਤੇ ਅੱਜ ਵੀ ਬੈਠੇ, ਵੇਖੋ ਦਿੱਲੀ ਦੇ ਕਿਸਾਨ ਮੋਰਚੇ ਦੇ ਵਿੱਚ ਵੀ ਭਾਜੀ ਬੈਠੇ ਹੋਏ ਨੇ। ਉਹਨਾਂ ਨੇ ਇੰਨਾ ਬਦਲਾਅ ਲਿਆਂਦਾ, ਬਦਲਾਅ ਲੈ ਕੇ ਆਏ ਸੁਸਾਇਟੀ ਦੇ ਵਿੱਚ। ਸੋ ਅਸੀਂ ਉਹ ਸਾਰੀਆਂ ਗੱਲਾਂ ਅਸੀਂ ਕੱਲ੍ਹ ਸੈਮੀਨਾਰ ਦੇ ਵਿੱਚ ਵੀ ਕਰਾਂਗੇ। ਤੇ ਅੱਜ ਅਸੀਂ ਜਿਹੜਾ ਇਹ ਨਾਟਕ, ਮੈਂ ਸਮਝਦਾ ਜੇ ਭਾਜੀ ਸਾਡੇ ਵਿਚਕਾਰ ਹੁੰਦੇ ਤਾਂ ਉਹ ਇਹ ਨਾਟਕ ਦੇਖ ਕੇ ਤੇ ਜ਼ਰੂਰ ਕੋਈ ਉਸ ਤਰ੍ਹਾਂ ਦੀ ਉਹ ਕਹਿੰਦੇ ਕਿ ਹਾਂ ਮੇਰੇ ਫਿਕਰਾਂ ਦੀ ਕੋਈ ਬਾਂਹ ਫੜਨ ਵਾਲਾ ਹੈਗਾ। ਭਾਜੀ ਕਹਿੰਦੇ ਸੀ ਜਿਹੜਾ ਉਹਨਾਂ ਨੇ ਆਖਰੀ ਸਮਿਆਂ 'ਚ ਖਾਸ ਤੌਰ ਤੇ ਪਿਛਲੇ ਜਿਹੜੇ ਉਹਨਾਂ ਦੇ 10 ਸਾਲ ਸੀਗੇ, 15 ਸਾਲ ਸੀ, ਜਦੋਂ ਉਹਨਾਂ ਨੇ ਦਲਿਤਾਂ ਦੇ ਬਾਰੇ 'ਚ ਗੱਲ ਕੀਤੀ, ਉਹਨਾਂ ਦੇ ਵਿਹੜੇ ਵਾਲਿਆਂ ਦੇ ਬਾਰੇ 'ਚ ਗੱਲ ਕੀਤੀ, ਉਹਨਾਂ ਬਾਰੇ ਨਾਟਕ ਲਿਖੇ, ਖੇਡੇ, ਉਹਨਾਂ ਬਾਰੇ ਫਿਕਰ ਜ਼ਾਹਰ ਕੀਤੇ। ਤੇ ਮੈਂ ਜਦੋਂ ਇਹ ਕਹਾਣੀ ਪੜ੍ਹੀ, ਇਹ ਵਰਿਆਮ ਸੰਧੂ ਹੋਰਾਂ ਦੀ ਕਹਾਣੀ ਹੈ। ਉਹਨਾਂ ਦੀ ਇੱਕ ਬਹੁਤ ਪਹਿਲੇ ਕਹਾਣੀ ਆਈ ਸੀਗੀ 9/12/10, ਤੇ ਫਿਰ ਇਹ ਕਹਾਣੀ ਉਹਨਾਂ ਦੀ ਰੀਸੈਂਟ ਆਈ ਹੈ ਅਪ੍ਰੈਲ ਦੇ ਵਿੱਚ ਹੀ। ਤੇ ਮੈਨੂੰ ਇਮੀਡੀਏਟਲੀ ਪੜ੍ਹਦਿਆਂ ਲੱਗਿਆ ਕਿ ਇਹ ਕਹਾਣੀ ਜਿਹੜੀ ਭਾਜੀ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਇਹਦਾ ਨਾਟਕ ਬਣਾ ਕੇ ਭਾਜੀ ਦੇ ਲਈ ਖੇਡਣਾ ਚਾਹੀਦਾ, ਭਾਜੀ ਨੂੰ ਯਾਦ ਕਰਨਾ ਚਾਹੀਦਾ। ਇੱਕ ਦਲਿਤ ਦੀ ਸੰਵੇਦਨਾ ਨੂੰ ਅਸੀਂ ਜਿੰਨੀ ਵੀ ਸੰਵੇਦਨਾ ਦੇ ਨਾਲ ਪੇਸ਼ ਕਰ ਸਕੇ ਆਪਣੇ ਨਾਟਕ ਦੇ ਰਾਹੀਂ ਕੋਸ਼ਿਸ਼ ਕੀਤੀ ਹੈ। ਸੋ ਇਹ ਨਾਟਕ ਜਿਹੜਾ ਵਰਿਆਮ ਸੰਧੂ ਹੋਰਾਂ ਦੀ ਕਹਾਣੀ ਮੈਂ ਰੂਹ ਨਾ ਲਵਾਂ ਇੱਕ ਵਾਰ, ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ। ਸੋ ਭਾਜੀ ਬਾਰੇ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ। ਕੱਲ੍ਹ ਅਸੀਂ ਸੈਮੀਨਾਰ ਦੇ ਵਿੱਚ ਜਦੋਂ ਅਸੀਂ ਅਭਿਨੰਦਨ ਗ੍ਰੰਥ ਵੀ ਰਿਲੀਜ਼ ਕਰਾਂਗੇ, ਸੋ ਉਦੋਂ ਵੀ ਬਾਤਾਂ ਪਾਵਾਂਗੇ, ਉਹਨਾਂ ਦੀਆਂ ਗੱਲਾਂ ਵੀ ਕਰਾਂਗੇ। ਸੋ ਤੁਸੀਂ ਸਾਰੇ ਹੀ ਮਨੁੱਖ ਜਿਹੜੇ ਇਸ ਜਗ੍ਹਾ ਦੇ ਉੱਤੇ ਔਰ ਇਸ ਪੂਰੀ ਧਰਤੀ ਦੇ ਨਾਲ ਜੁੜੇ ਹੋਏ ਆ, ਅਸੀਂ ਸਾਰੇ ਭਾਜੀ ਨੂੰ ਬਹੁਤ ਬਹੁਤ ਪਿਆਰ ਕਰਨ ਵਾਲੇ ਆ, ਬਹੁਤ ਯਾਦ ਕਰਨ ਵਾਲੇ ਆ। ਅਸੀਂ ਹਮੇਸ਼ਾ ਯਾਦ ਕਰਦੇ ਰਹਾਂਗੇ ਕਿਉਂਕਿ ਉਹ ਜਨ ਮਾਨਸ ਦੇ ਨਾਟਕਕਾਰ ਸੀ, ਉਹ ਲੋਕਾਂ ਦੇ ਨਾਟਕਕਾਰ ਸੀਗੇ, ਉਹ ਖੇਤਾਂ ਦੇ ਨਾਟਕਕਾਰ ਸੀ, ਖੇਤਾਂ ਵਾਲਿਆਂ ਦੇ ਨਾਟਕਕਾਰ ਸੀ, ਵਿਹੜੇ ਵਾਲਿਆਂ ਦੇ ਨਾਟਕਕਾਰ ਸੀ, ਪਿੰਡਾਂ ਵਾਲਿਆਂ ਦੇ ਨਾਟਕਕਾਰ ਸੀ। ਉਹ ਕਿਸ ਜਗ੍ਹਾ ਦੇ ਨਾਟਕਕਾਰ ਨਹੀਂ ਸੀ ਜਿਸ ਸ਼ਖਸ ਨੇ 200 ਨਾਟਕ ਲਿਖੇ। ਅਸੀਂ ਉਹਨਾਂ ਨੂੰ ਯਾਦ ਕਰਾਂਗੇ, 2 ਦਿਨ ਉਹਨਾਂ ਦੀ ਬਾਤ ਪਾਵਾਂਗੇ। ਤੇ ਕੱਲ ਜਦੋਂ ਤੁਸੀਂ ਸ਼ਾਮ ਨੂੰ ਉਹਨਾਂ ਦਾ ਇੱਕ ਹੋਰ ਭਾਜੀ ਦਾ ਲਿਖਿਆ ਹੋਇਆ ਨਾਟਕ ਸੀਸ ਤਲੀ ਤੇ ਬੱਬਰ ਲਹਿਰ ਬਾਰੇ ਉਹਨਾਂ ਨੇ ਇਹ 1979-80 ਦੇ ਕਰੀਬ ਭਾਜੀ ਨੇ ਲਿਖਿਆ ਸੀ, ਔਰ ਉਦੋਂ ਖੇਡਿਆ ਜਾਂਦਾ ਰਿਹਾ। ਤੇ ਫਿਰ ਅਸੀਂ ਇਹ ਹੁਣ ਤਿਆਰ ਕੀਤਾ, ਇਹਦੀ ਵੀ ਕੱਲ ਤੁਸੀਂ ਪੇਸ਼ਕਾਰੀ ਦੇਖੋਗੇ। ਮੇਰੇ ਉਦਘਾਟਨੀ ਸ਼ਬਦ ਨੇ ਕਿ ਆਓ ਆਪਾਂ ਕੇਵਲ ਧਾਰੀਵਾਲ ਜੀ ਦਾ ਨਾਟਕ ਵੇਖੀਏ।
ਆ ਵੀ ਕਾਕਾ ਤੂੰ ਹੀ ਖੇਡੇਗਾ ਕਬੱਡੀ ਆਹੋ ਪੁੱਤਰਾ ਘਬਰਾ ਨਾ ਤੇਰੇ ਹਾਣੀ ਮੁੰਡੇ ਨਾਲ ਤੇਰਾ ਘੋਲ ਕਰਾਵਾਂਗੇ ਚੱਲ ਛਿੰਦਿਆ ਆ ਜਾ ਤੁਸੀਂ ਮੁੰਡਿਓ ਮਾਰੋ ਤਾੜੀ ਤੇ ਤੁਸੀਂ ਭਲਵਾਨੋ ਮਾਰ ਲਲਕਾਰਾ ਆ ਜਾਓ ਮੈਦਾਨ ਦੇ ਵਿੱਚ ਉਹ ਮੈਂ ਕੌਣ ਜਾਤੇ ਓ ਮੈਂ ਵੀ ਸਾਨ ਜਾਂਦੇ ਪਰ ਮੈਂ ਤੇ ਮਜਬੀ ਆ ਜੀ ਉਹ ਪੁੱਤਰਾ ਕੋਈ ਨਾ ਇੱਥੇ ਜੱਟ ਮਜਬੀ ਦਾ ਕੋਈ ਰੌਲਾ ਨਹੀਂ ਤੂੰ ਬਸ ਜ਼ੋਰ ਵਿਖਾ ਓਏ ਓਏ ਪਿੱਛਾਤੇ ਓਏ ਇੱਥੇ ਕੀ ਕਰਨ ਡਿਆ ਓਏ ਉਧਰ ਸਾਰੇ ਡੰਗਰ ਨਾ ਉਹ ਜੀਤੇ ਘੈਣ ਦੀ ਪੈਲੀ 'ਚ ਜਾ ਵੜੇ ਤੇ ਤੂੰ ਸਾਲਿਆ ਕੁੱਤਿਆ ਨੀਵੀਂ ਜਾਤ ਲੈ ਕੇ ਕੌਡੀਆਂ ਪਾਉਂਦਾ ਫਿਰਨ ਡਿਆ ਵਾ ਉਹ ਬਜ਼ੁਰਗੋ ਐਵੇਂ ਕਿਉਂ ਗੁੱਸਾ ਕਰੀ ਜਾਂਦੇ ਹੋ ਗੁਰੂ ਸਾਹਿਬ ਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਕੋ ਤੇ ਤੁਸੀਂ ਆ ਜਾਤ ਪਾਤ ਦੀਆਂ ਗੱਲਾਂ ਕਰੀ ਜਾਂਦੇ ਹੋ ਠੰਡੇ ਪਾਓ ਬਜ਼ੁਰਗੋ ਕਾਕਾ ਪਾਣੀ ਪਿਆ ਬਜ਼ੁਰਗਾਂ ਨੂੰ ਚੱਲ ਪਿੱਛੇ ਉਹ ਮਾਸਟਰ ਜੀ ਉਹ ਮੈਂ ਇਹਦੇ ਹੱਥੋਂ ਪਾਣੀ ਪੀਊਂਗਾ ਆ ਜਾਓ ਆ ਕੋਈ ਸੁੱਚ ਪਿੱਟ ਦਾ ਖਿਆਲ ਕਰੋ ਲੈ ਦੱਸ ਗੁਰਮੁਖੋ ਸੁੱਚ ਭਿੱਟ ਦੀਆਂ ਗੱਲਾਂ ਅੱਜ ਕੱਲ ਕਿੱਥੇ ਰਹਿ ਗਈਆਂ ਕਲਗੀਧਰ ਪਾਤਸ਼ਾਹ ਨੇ ਆਪ ਰੰਗਰੇਟਿਆਂ ਨੂੰ ਗਾਲਾਂ ਲਾਇਆ ਸੀ ਤੇ ਤੁਸੀਂ ਹਾਂ ਗੱਲਾਂ ਕਰੀ ਜਾਂਦੇ ਹੋ ਓਏ ਹੁਣ ਖਲੋਤੇ ਦਾ ਮੇਰਾ ਮੂੰਹ ਕੀ ਵੇਖਣ ਡਿਆ ਵਾ ਜਾ ਕੇ ਤੇ ਡੰਗਰ ਮੋੜ ਕੇ ਆ ਉਹ ਮਾਸਟਰ ਤੇ ਆਂਦਾ ਕਿ ਜੱਟ ਮਜਬੀ ਦਾ ਕੋਈ ਰੌਲਾ ਨਹੀਂ ਆ ਪਰ ਰੌਲਾ ਤਾਂ ਹੈਗਾ ਮੇਰਾ ਜੀ ਕਰਦਾ ਤਿੱਖੀ ਚੁੰਝ ਵਾਲੇ ਕਾਚੂ ਨਾਲ ਆਪਣਾ ਮੱਥਾ ਚੀਰ ਸੁੱਟਾ ਖਰਬੂਜੇ ਦੀ ਪਾੜੀ ਆ ਤੇ ਰੁੱਗ ਕਲੇਜੇ ਦਾ ਭਰ ਕੇ ਬਾਹਰ ਰੱਖ ਦੇ ਰੱਜ ਕੇ ਰੋਵਾਂ ਤੇ ਰੱਜ ਕੇ ਸੋਵਾਂ ਅੱਜ ਖਰਬੂਜੇ ਚੋਂ ਗਰੀ ਨਿਕਲ ਗਈ ਤਾਂ ਪਿੱਛੇ ਬਚੂਗਾ ਕੀ ਖਰਬੂਜੇ ਚੋਂ ਗਰੀ ਨਿਕਲ ਗਈ ਆ ਪਿੱਛੇ ਕੁਝ ਵੀ ਨਹੀਂ ਬਚਿਆ ਸਿਵਾਏ ਛੱਲਾਂ ਦੇ ਓਏ ਪਜਾਤੇ ਓ ਜਾ ਕੇ ਡੰਗਰ ਮੋੜ ਕੇ ਆ ਤੁਹਾਨੂੰ ਨਹੀਂ ਪਤਾ ਜਿਹੜਾ ਫਿਲਮੀ ਐਕਟਰ ਧਰਮਿੰਦਰ ਹੈ ਨਾ ਉਹ ਮੇਰਾ ਪਿਓ ਹੈ ਜੇ ਤੇ ਮੇਰੀ ਮਾਂ ਹੈਗੀ ਜੇ ਹੇਮਾ ਮਾਲਿਨੀ ਆ ਲਾ ला सीतो 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 श्रीदेवी हाँ ला ला गरमीत भैन जी ਵੇਖੋ ਭਾਈ ਸਾਹਿਬ ਜੇ ਇਹਨੂੰ ਸਪਰੇਅ ਚੜ੍ਹਨੀ ਹੁੰਦੀ ਨਾ ਸਵੇਰ ਦੀ ਚੜ ਜਾਣੀ ਸਪਰੇਅ ਪਾਉਣ ਤੋਂ ਬਾਅਦ ਇਹ ਬੰਬੀ ਤੇ ਨਹਾਤਾ ਪੱਠੇ ਵੱਡੇ ਕੁਤਰੇ ਡੰਗਰਾਂ ਨੂੰ ਪਾਏ ਤੇ ਫਿਰ ਸਾਡੇ ਨਾਲ ਸ਼ਾਮ ਨੂੰ ਬਹਿ ਕੇ ਟੀਵੀ ਵੇਖਿਆ ਸੀ ਤੇ ਹੱਸਦਾ ਘਰ ਨੂੰ ਤੁਰਿਆ ਨਾ ਇਹਨੇ ਸਪਰੇਅ ਨਾਲ ਗਲੀ 'ਚ ਬੇਹੋਸ਼ ਹੋ ਕੇ ਡਿੱਗਣਾ ਹੈ ਆਹ ਵੇਖੋ ਮੈਨੂੰ ਲੱਗਦਾ ਕਿ ਰਾਹ 'ਚ ਆਉਂਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਤੇ ਪੁੱਠਾ ਹੱਥ ਵੱਜ ਗਿਆ ਕਿਤੇ ਪਰਨਾ ਬੰਨਣ ਲੱਗਾ ਹੋਣਾ ਵੱਜ ਗਿਆ ਨਾ ਬਾਕੀ ਵੇਖੋ ਵੀ ਜਦੋਂ ਸੁਰਤ ਆਊਗੀ ਨਾ ਸਾਰਿਆਂ ਨੂੰ ਸੱਚ ਪਤਾ ਲੱਗ ਜੂਗਾ ਹਾਂ ਉਹ ਮਾਸਟਰਾ ਅਨਿੰਦਰ ਧੁਣ ਪਰਨਾ ਬੰਦਾ ਹੀ ਨਹੀਂ ਉਹ ਭਰਾਵਾ ਉਹਨੂੰ ਟੋਪ ਪਾਉਂਦਾ ਟੋਪ ਉਹ ਟੋਪ ਤੇ ਭਰਾਵਾ ਕਦੀ ਕਦਾਈ ਪਾਉਂਦਾ ਆ ਜਦੋਂ ਕਿਤੇ ਭਗਤ ਸਿੰਘ ਵਾਲੇ ਮੂਡ 'ਚ ਹੋਵੇ ਅੱਜ ਤੈਨੇ ਪਰਨਾ ਬੰਦਾ ਸੀ ਉਹ ਦਿਖਦਾ ਨਹੀਂ ਤੈਨੂੰ ਬੱਚਾ ਪਰਨਾ ਇੰਨੀ ਤੂੰ ਸ਼ਰਾਬ ਪੀਤੀ ਆ ਪੈਰ ਤੇਰੇ ਲੱਗਣ ਦੇ ਗੱਲਾਂ ਆਇਓ ਡਾਕਟਰ ਸਾਹਿਬ ਲੰਘ ਗਿਆ ਉਹ ਪਾਸੇ ਜਾ ਹਵਾ ਦੇ ਮਰੀਜ਼ ਨੂੰ ਪਾਸੇ ਡਾਕਟਰ ਸਾਹਿਬ ਵੇਖੋ ਇਹਨੂੰ ਕੀ ਆ ਚੰਗਾ ਭਲਾ ਸੀ ਤੇ ਹੱਸਣ ਖੇਡਣ ਡਿਆ ਸੀ ਤੇ ਸਾਡੇ ਨਾਲ
ਮਾਸਟਰ ਜੀ ਨੂੰ ਟੀਕਾ ਲਾਣਾ ਪੈਣਾ ਪਰ ਉਸ ਟੀਕੇ ਦਾ ਤੋੜ ਮੇਰੇ ਕੋਲ ਨਹੀਂ ਜਾਏਗਾ ਇਸ ਕਰਕੇ ਇੱਥੇ ਲਿਖ ਕੇ ਦੇ ਦਿਓ ਕਿ ਜੇ ਇਹਨੂੰ ਕੁਝ ਹੁੰਦਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ। ਮੈਂ ਕੋਣ ਨਾ ਲਿਖ ਕੇ ਦੇਣ ਵਾਲਾ, ਲਿਖ ਕੇ ਦੇ ਮਾਂ ਪਿਓ ਦੇਣਗੇ। ਓ ਭਾਈ ਮੈਂ ਲਿਖਦਾ। ਲਿਖਦੇ ਵੀ ਕੋਈ ਅਭੀ ਨਵੀ ਹੋ ਗਈ ਤੇ ਜ਼ਿੰਮੇਵਾਰੀ ਤੇਰੀ ਹੋਏਗੀ। ਜ਼ਿੰਮੇਵਾਰੀ ਨਹੀਂ ਲੈਣੀ ਨਾ, ਵੈਸੇ ਲਗਾਣਾ ਲਗਾ ਲਓ। ਵੇਖ ਬਾਬਾ ਮੇਰੇ ਤੋਂ ਗੱਲ ਸੁਣ, ਜੇ ਇਹਨੂੰ ਕੁਝ ਹੋ ਗਿਆ ਨਾ ਇਹਨੇ ਬਚਣਾ ਨਹੀਂ। ਜੇ ਤੂੰ ਕਹਿਣਾ ਨਾ ਮੈਨੂੰ ਝਾਟੇ ਗੇਲੇ ਹਸਪਤਾਲ ਲੈ ਚੱਲਣਾ, ਮੇਰੀ ਬਾਤ ਵੀ ਆ ਉੱਥੇ, ਪਰ ਇੱਥੇ ਇਸ ਡਾਕਟਰ ਦੇ ਮੈਂ ਟੀਕਾ ਲਵਾਉਣ ਦੇ ਹੱਕ 'ਚ ਨਹੀਂ, ਕਿਉਂਕਿ ਇਸ ਡਾਕਟਰ ਕੋਲ ਇਸ ਇੰਜੈਕਸ਼ਨ ਦਾ ਤੋੜ ਹੀ ਨਹੀਂ ਹੈਗਾ। ਚਲੋ ਮਾਸਟਰ ਜੀ ਜਿਵੇਂ ਤੁਸੀਂ ਠੀਕ ਸਮਝਦੇ ਹੋ। ਹਾਂ ਗੁਰਪਾਲ, ਹਾਂਜੀ ਤੂੰ ਜਾ ਰੇਸ਼ਮ ਨੂੰ ਕਹਿ ਕੇ ਵੈਨ ਲੈ ਕੇ ਆਵੇ। ਜਾ ਜਾ ਜਲਦੀ ਜਾ। ਆਜੋ ਡਾਕਟਰ ਸਾਹਿਬ। ਜੇ ਇਹਨੂੰ ਕੁਝ ਹੋ ਗਿਆ ਲੋਕਾਂ ਨੇ ਤਾਂ ਸਪਰੇਅ ਚੜਨ ਵਾਲਾ ਮੁੱਦਾ ਉਛਾਲ ਲੈਣਾ। ਨਿੰਦਰਾ, ਓ ਨਿੰਦਰਾ, ਲੱਗਦਾ ਹੱਥਾਂ ਪੈਰਾਂ ਦੀਆਂ ਤਲੀਆਂ ਝੱਸਣ ਵਾਲੀ ਸੁਰਤ ਵਰਤ ਰਹੀ ਹੈ। ਬਾਬਾ ਜੀ ਵੈਨ ਆ ਗਈ। ਲੈ ਵੀ ਨਿੰਦਰਾ ਵੈਨ ਆ ਗਈ, ਚੱਲ ਤੈਨੂੰ ਵੈਨ ਝੂੜਾ ਦਵਾਈਏ। ਚੱਲ ਚੱਲ ਮੇਰਾ ਸ਼ੇਰ ਪੁੱਤ। ਓ ਬਾਬਾ ਨੇਤਿਆ ਤੂੰ ਵੀ ਸਾਡੇ ਨਾਲ ਚੱਲ। ਚੰਗਾ ਜੀ। ਓ ਤੋਸਿਆ ਤੂੰ ਵੀ ਸਾਡੇ ਨਾਲ ਚੱਲ। ਚਲੋ ਮੇਰਾ ਸ਼ੇਰ ਪੁੱਤ ਫਿਕਰ ਨਾ ਕਰ, ਹੈਂ ਜਦ ਤੇਰੇ ਨਾਲ ਓ ਮੈਂ ਵੀ ਚੱਲਾਂ। ਉਹ ਕੋਈ ਲੋੜ ਨਹੀਂ ਆ ਜੀ, ਅਸੀਂ ਲੈ ਚੱਲਦੇ ਆ। ਹਾਂ ਕਹਾਣੀ ਲਿਖੀ ਉਹ ਪੰਜਾਬੀ ਦੀ ਇੱਕ ਵੱਡੀ ਅਖਬਾਰ ਵਿੱਚ ਛਪੀ। ਕਹਾਣੀ ਛਪਣ ਤੋਂ ਬਾਅਦ ਤਾਂ ਨਿੰਦਰ ਇਲਾਕੇ ਦਾ ਹੀਰੋ ਬਣ ਗਿਆ ਤੇ ਆਉਂਦਾ ਜਾਂਦਾ ਕੋਈ ਨਾ ਕੋਈ ਸਾਡਾ ਘਰ ਲੱਭ ਕੇ ਇਹਦੇ ਦਰਸ਼ਨ ਜ਼ਰੂਰ ਕਰ ਜਾਂਦਾ। ਇਹ ਤਾਂ ਇਲਾਕੇ ਦਾ ਨੌਵਾਂ ਜੂਬਾ ਬਣ ਗਿਆ ਜੀ। ਕਾਨੂ ਜੀ ਇਹ ਤਾਂ ਪਾਗਲ ਆ, ਕੰਜਰ ਪਾਗਲ ਛਦਾਈ ਆ ਇੱਕ ਨੰਬਰ ਦਾ। ਲੋਕੀ ਤਾਂ ਇਹਦੀਆਂ ਗੱਲਾਂ ਸੁਣ ਸੁਣ ਕੇ ਸਵਾਦ ਲੈਂਦੇ ਆ। ਚੰਗਾ ਵੀ ਤੁਲਸਿਆ ਆਉਣਾ ਜਰਾ ਮੈਂ ਬਾਹਰ ਹੋ ਕੇ। ਡਾਕਟਰ ਸਾਹਿਬ ਨਿੰਦਰ ਤਾਂ ਆਪਣੇ ਬਾਰੇ ਆਪ ਹੀ ਆਖਦਾ ਹੈ। ਲੋਕ ਸਾਨੂੰ ਛਦਾਈ ਆਂਦੇ ਔਰ ਸਾਡੇ ਦੁੱਖ ਦੇ ਵੱਲ ਨਹੀਂ ਜਾਂਦੇ। ਕੀ ਦੁੱਖ ਹੈ ਇਸ ਨੂੰ? ਦਰਅਸਲ ਡਾਕਟਰ ਸਾਹਿਬ ਨਿੰਦਰ ਬੇਜ਼ਮੀਨੇ ਮਜਬੀ ਸਿੱਖਾਂ ਦਾ ਮੁੰਡਾ ਹੈ ਜੀ। ਇਹਦੇ ਪਿਓ ਦੇ ਪਿਓ ਨੇ ਸਦਾ ਹੀ ਜੱਟਾਂ ਦੇ ਖੇਤਾਂ ਵਿੱਚ ਕੰਮ ਕੀਤਾ ਹੈ, ਕਦੇ ਸਾਂਝੀ ਬਣ ਕੇ ਤੇ ਕਦੇ ਕਾਮਾ ਬਣ ਕੇ। ਬਚਪਨ ਵਿੱਚ ਉਹਨਾਂ ਦੇ ਡੰਗਰ ਚਾਰਦੇ ਰਹੇ ਤੇ ਜਦੋਂ ਗੱਭਰੂ ਹੋਏ ਤਾਂ ਬਗਾਨੇ ਖੇਤਾਂ ਵਿੱਚ ਬਲਦਾਂ ਵਾਂਗ ਵਗਦੇ ਰਹੇ। ਪਰ ਨਿੰਦਰ ਦਾ ਦੁੱਖ ਕੁਝ ਅਲੋਕਰ ਜਿਹਾ ਹੀ ਆ। ਬਾਬੇ ਨੈਤੇ ਤੇ ਛੁੰਨੋ ਦਾ ਪੁੱਤਰ ਨਿੰਦਰ ਉਦੋਂ ਤੋਂ ਅਸਮਾਨ ਵਿੱਚ ਉੱਡਣ ਲੱਗਾ ਸੀ ਜਦੋਂ ਤੋਂ ਉਹਨੇ ਪਹਿਲਾਂ ਪਹਿਲ VCR ਤੇ ਫਿਰ ਜਸਵੰਤ ਹੋਰਾਂ ਦੇ ਟੀਵੀ ਤੇ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਸੀ। ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਹ ਪਹਿਲੀ ਫਿਲਮ ਦੀ ਪਹਿਲੀ ਝਲਕੀ ਸ਼੍ਰੀ ਦੇਵੀ ਦਾ ਆਸ਼ਿਕ ਬਣ ਗਿਆ ਤੇ ਕਦੋਂ ਇਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਇਹ ਧਰਮਿੰਦਰ ਦਾ ਤੀਸਰਾ ਪੁੱਤਰ ਹੈ, ਜਿਹਦਾ ਐਲਾਨ ਇਹਨੇ ਉਸ ਵੇਲੇ ਕੀਤਾ ਸੀ ਜਦੋਂ ਅਤਰੇ ਨਿਹੰਗਣੇ ਦੀ ਨੀਵੀਂ ਜਾਤ ਹੋਈ ਸੀ। ਓ ਕੁਚਾਤੇ, ਓ ਜਾ ਕੇ ਡੰਗਰ ਮੋੜ ਕੇ ਆ। ਤੁਹਾਨੂੰ ਨਹੀਂ ਪਤਾ ਜਿਹੜਾ ਫਿਲਮੀ ਐਕਟਰ ਧਰਮਿੰਦਰ ਹੈਗਾ ਨਾ ਉਹ ਮੇਰਾ ਪਿਓ ਹੈ ਜੇ ਤੇ ਮੇਰੀ ਮਾਂ ਹੈਗੀ ਜੇ ਹੇਮਾ ਮਾਲਿਨੀ। ਆ ਲਾ ਤੇ ਫਿਰ ਡਾਕਟਰ ਸਾਹਿਬ ਲੋਕਾਂ ਨੇ ਆਪ ਹੀ ਇਹਦੀ ਸੁਪਨੇ ਹੀ ਗੱਲਾਂ ਵਿੱਚ ਕੱਚੇ ਰੰਗ ਭਰਨੇ ਸ਼ੁਰੂ ਕਰ ਦਿੱਤੇ ਤੇ ਇਹਨੂੰ ਦੱਸਿਆ ਕਿ ਕੌਣ ਇਹਦੀ ਅਸਲ ਮਾਂ ਹੈ, ਕੌਣ ਇਹਦੇ ਭਰਾ ਨੇ, ਤੇ ਇਹਨੇ ਇਹ ਸੱਚ ਨੂੰ ਅਟੱਲ ਮੰਨ ਲਿਆ ਤੇ ਹਰ ਵੇਲੇ ਕਹਿੰਦਾ ਰਹਿੰਦਾ। ਜਦੋਂ ਹਾਲੇ ਵੀ ਮਾਂ ਚਾਚੇ ਜਸਵੰਤ ਦੇ ਖੇਤਾਂ 'ਚ ਕੰਮ ਕਰਦਾ ਨਾ ਤਾਂ ਸ੍ਰੀ ਦੇਵੀ ਨਾ ਇਸੇ ਬੰਬੀ ਦੇ ਬੱਚੇ ਜਾ ਕੇ ਮੇਰੇ ਨਾਲ ਨਹਾਉਂਦੀ ਆ। ਜਦੋਂ ਉਹਨੂੰ ਮੇਰੇ ਤੇ ਬੜਾ ਪਿਆਰ ਹੁੰਦਾ ਨਾ ਤਾਂ ਮੇਰੇ ਤੇ ਨਾ ਪਾਣੀ ਦੀਆਂ ਕਿੱਟਾਂ ਮਾਰ ਕੇ ਨਾ ਮੇਰੇ ਨਾਲ ਬੜੀਆਂ ਲਾਡੀਆਂ ਕਰਦੀ ਆ। ਹੋਰ ਪਤਾ ਕੀ ਕਰਦੀ ਆ ਫਿਰ ਨਾ ਉਹ ਮੇਰਾ ਸਿਰ ਨਾ ਬੰਬੀ ਦੀ ਨਾ ਧਾਰ ਥੱਲੇ ਕਰ ਦਿੰਦੀ ਆ। ਜਦੋਂ ਬੰਬੀ ਦੀ ਠੰਡੀ ਠੰਡੀ ਧਾਰ ਜਦੋਂ ਬੰਬੀ ਠੰਡੀ ਠੰਡੀ ਧਾਰ ਮੇਰੇ ਸਿਰ ਤੇ ਪੈਂਦੀ ਆ ਨਾ, ਹਾਏ ਬੜਾ ਮਜ਼ਾ ਆਉਂਦਾ ਜੇ ਆ। ਮੈਨੂੰ ਨਾ ਹਾਲੇ ਵੀ ਉਹਦੇ ਯਾਦ ਹੈਗੇ ਆ ਜਦੋਂ ਮੈਂ ਨਾ ਬੰਬੇ ਰਹਿੰਦਾ ਹੁੰਦਾ ਸੀ। ਬੰਬੇ ਉੱਥੇ ਨਾ ਮੈਂ ਆਪਣੀ ਕਾਰ ਤੇ ਭਾਗ ਨਾ ਸ਼੍ਰੀ ਦੇਵੀ ਨੂੰ ਸਕੂਲ ਲੈ ਕੇ ਜਾਂਦਾ ਹੁੰਦਾ ਸੀ। ਉਹਨੇ ਬੱਲੇ ਤੇ ਸ਼੍ਰੀ ਦੇਵੀ ਦੇ ਭਾਪੇ ਤੇ ਬੀਬੀ ਨੂੰ ਲੱਗਾ ਚਲ ਕੋਈ ਨਹੀਂ ਬੱਚੇ ਆ ਕੋਈ ਨਹੀਂ। ਪਰ ਜਦੋਂ ਸਾਡੇ ਇਸ਼ਕ ਦੇ ਕਿਸੇ ਗਲੀ ਉੱਡਣ ਲੱਗੇ ਨਾ ਤਾਂ ਮੇਰੇ ਭਾਪੇ ਧਰਮਿੰਦਰ ਨੂੰ ਪਤਾ ਲੱਗ ਗਿਆ। ਤਾਂ ਤੁਹਾਨੂੰ ਮੇਰੇ ਭਾਪੇ ਧਰਮਿੰਦਰ ਦੇ ਗੁੱਸੇ ਦਾ ਪਤਾ ਹੀ ਆ। ਮੇਰਾ ਭਾਪਾ ਮੈਨੂੰ ਕਹਿੰਦਾ ਮਿੰਟੂ ਤੇਰੇ ਪੁੱਤ ਮੈਂ ਤੇਰੇ ਖੂਨ ਨੂੰ ਪੀ ਜਾਵਾਂ। ਨਹੀਂ ਤਾਂ ਤੈਨੂੰ ਮੈਂ ਚੁਣ ਕੇ ਮਾਰਾਂਗਾ। ਮੇਰੇ ਭਾਪੇ ਨੇ ਨਾ ਮੈਨੂੰ ਘਰੋਂ ਕੱਢਤਾ।
ਜੇ ਮੇਰਾ ਪਾਪਾ ਮੈਨੂੰ ਘਰੋਂ ਨਾ ਕਰਦਾ ਤਾਂ ਮੈਂ ਵੀ ਅੱਜ ਬੜਾ ਵੱਡਾ ਫਿਲਮੀ ਐਕਟਰ ਹੋਣਾ ਸੀ ਤੇ ਮੈਂ ਆਪਣੀ ਐਕਟਿੰਗ ਦੇ ਨਾਲ ਨਾ ਮੈਂ ਅਮਿਤਾਭ ਬੱਚਨ ਵਰਗੀਆਂ ਦੀਆਂ ਕਿੱਸੀਆਂ ਵੀ ਕਰਾ ਲਈਆਂ ਸੀ ਮੈਂ ਆਪਣੀ ਗਾਇਕੀ ਦੇ ਨਾਲ ਨਾ ਮੈਂ ਗੁਰਦਾਸ ਮਾਨ ਵਰਗਿਆਂ ਦੀ ਡਫੜੀ ਵਿੱਚ ਮਗੋਰਾ ਵੀ ਕਰ ਦੇਣਾ ਸੀ ਤੇ ਮੈਂ ਦਲੇਰ ਮਹਿੰਦੀ ਵਰਗੇ ਦੇ ਚੋਲੇ ਵੀ ਪਾੜ ਦੇਣੇ ਸੀ ਮੇਰਾ ਵਿਆਹ ਤੇ ਬੜੇ ਚਰਦਾ ਹੋਣਾ ਸੀ ਹੁੰਦੇ ਮੇਰੇ ਨਿੱਕੇ ਨਿੱਕੇ ਜਵਾਕ ਨਾ ਸ਼ਹਿਰ ਅੰਗਰੇਜ਼ੀ ਸਕੂਲ 'ਚ ਪੜ੍ਹਦੇ ਨੇ ਕੁੜੀ ਦੇ ਵੀ ਹਾਲੇ ਵੀ ਹੁੰਦੀ ਆ ਨਹਾਉਂਦੀ ਮੇਰੇ ਨਾਲ ਬੱਬੀ ਦੇ ਜਿਹੜੇ ਸੁਨੀ ਦਿਓਲ ਭਾਜੀ ਨਾ ਹਾਲੇ ਵੀ ਮੇਰੀ ਵੱਡੀ ਧਿਰ ਬਣ ਕੇ ਮੇਰਾ ਸਾਥ ਦਿੰਦੇ ਆ ਹਾਂ ਇਹ ਤੇ ਮੇਰੀ ਮਾੜੀ ਕਿਸਮਤ ਆ ਜਦੋਂ ਮੈਂ ਬੰਬੇ ਵਾਲੀ ਰੇਲ ਤੋਂ ਉਤਰਿਆ ਨਾ ਤੇ ਬਾਬਾ ਨੇ ਤਾਂ ਮੈਨੂੰ ਆਪਣੇ ਨਾਲ ਲੈ ਆਇਆ ਤੇ ਮੈਨੂੰ ਨਾ ਨੰਬਰਦਾਰਾਂ ਦੇ ਡੰਗਰ ਚਾਲਣ ਤੇ ਲਾਤਾ ਓ ਖਜਾਤੇ ਓ ਜਾ ਕੇ ਡੰਗਰ ਮੋੜ ਕੇ ਆ ਡਾਕਟਰ ਸਾਹਿਬ ਅੱਗੇ ਬੜਾ ਰੋਂਦਾ ਜੀ ਰੋਣਾ ਹੀ ਹੋਇਆ ਭਾਪੇ ਨੇ ਮੈਂ ਭਾਪੇ ਦੀਆਂ ਅੰਦਰਾਂ ਨੂੰ ਆਣਾ ਮੈਨੂੰ ਨਾ ਪਾਪੇ ਨੇ ਭਾਈ ਜਾ ਲੱਗਦਾ ਭਾਈ ਜਾ ਤੇ ਵੀਡੀਓ ਕੋਲ ਬੱਸਾਂ ਮੈਨੂੰ ਲੈ ਦਿੱਤੀਆਂ ਇੱਕ ਮੈਨੂੰ ਪਾਪੇ ਨੇ ਕੋਠੀ ਲੈ ਦਿੱਤੀ ਆ ਉਹ ਕੋਠੀ ਚ ਮਾਂ ਪੰਜ ਕੁੱਤੇ ਰੱਖੇ ਆ ਪੰਜ ਦਰਵਾਜ਼ੇ ਆ ਪੰਜ ਗਾਰਡ ਆ ਪੰਜ ਟੈਲੀਫੋਨ ਲੱਗੇ ਉੱਥੇ ਆ ਸਾਡੀਆਂ 3 ਕੋਠੀਆਂ ਹੋ ਰਹੀਆਂ ਕਿੰਨਾ ਫਰਕ ਕਰਾਏ ਤੇ ਬੜੀ ਵੱਡੀ ਹਵੇਲੀ ਆ ਮੇਰੀ ਹਾਲ ਯਾਰ ਦੇ ਵਿੱਚ ਉੱਥੇ ਮੈਂ 100 ਡੰਗਰ ਰੱਖਿਆ 100 ਡੰਗਰ ਹੁਣ ਮੈਂ ਵੀ ਉੱਥੇ ਰਿਹਾ ਕਰਨਾਗੇ ਰਹਿਣਾ ਹੀ ਪੜਾ ਜਦੋਂ ਕੱਲ ਨੂੰ ਮੇਰੇ ਜਵਾਕ ਵੱਡੇ ਹੋਣੇ ਮੈਂ ਸ਼ਹਿਰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਵਾਸਤੇ ਪੜੇ ਤੇ ਫਿਰ ਮੈਨੂੰ ਸ਼ਹਿਰ ਹੀ ਰਹਿਣਾ ਪੈਣਾ ਪਿੰਡਾਂ 'ਚੋਂ ਪੜ੍ਹਾਈਆਂ ਕਿੱਥੇ ਰਹਿ ਗਈਆਂ ਜਿਹੜੀਆਂ ਸਾਡੇ ਦੀ ਹੁੰਦੀਆਂ ਓਏ ਨਿੰਦਰਾ ਓਏ ਤੇਰੀ ਪਿੰਡ ਵਾਲੀ ਜਾਇਦਾਦ ਦਾ ਕੀ ਬਣਿਆ ਚਾਚਾ ਜਿਹੜੀ ਪਿੰਡ ਹੈਗੀ ਨਾ ਸਾਡੀ 5-700 ਕਿੱਲਾ ਉਹ ਭਾਪੇ ਧਰਮਿੰਦਰ ਨੇ ਮੇਰੇ ਨਾਲ ਲਵਾ ਮੈਨੂੰ ਪਾਪਾ ਕਹਿੰਦਾ ਮਿੰਟੂ ਤੇਰੀ ਆ ਤੂੰ ਭਾਵੇਂ ਵੇਚ ਵੱਟ ਭਾਵੇਂ ਵਾਹੀ ਖੇਤੀ ਕਰ ਭਾਵੇਂ ਠੇਕੇ ਦੇ ਤੇਰੀ ਆ ਠੀਕ ਆ ਨਾ ਪਾਪਾ ਸਿਆਣਾ ਇਹ ਗੱਲੋਂ ਸਾਡਾ ਪਾਪੇ ਨੂੰ ਪਤਾ ਵੀ ਜਿਹੜੇ ਮੇਰੇ ਸਨੀ ਦਿਓਲ ਭਾਜੀ ਤੇ ਬੋਬੀ ਦਿਓਲ ਭਾਜੀ ਉਹ ਥੋੜੀ ਪਿੰਡ ਰਹਿਣਗੇ ਉਹ ਤੇ ਰਹਿਣਗੇ ਬੰਬਈ ਜਿਹੜੀ ਮੇਰੀ ਵੱਡੀ ਬੀਬੀ ਨਾ ਮੈਨੂੰ ਆਂਦੀ ਮਿੰਟੂ ਕੱਪੜਿਆਂ ਤੇ ਗਹਿਣਿਆਂ ਨਾਲ ਨਾ ਟਰੰਕ ਭਰੇ ਪਏ ਆ ਸਾਰੇ ਤੇਰੇ ਹੀ ਆ ਹਾਂ ਜਿਹੜੀ ਮੇਰੀ ਛੋਟੀ ਬੀਬੀ ਨਾ ਇਹ ਮਾਮਾ ਨਹੀਂ ਵੀ ਮੈਨੂੰ ਬੜਾ ਲਾਡ ਕਰਦੀ ਆ ਮੈਨੂੰ ਕਹਿੰਦੀ ਮਿੰਟੂ ਤੇਰੀਆਂ 2 ਭੈਣਾਂ ਨੇ ਇਹਨਾਂ ਦੀ ਆ ਸਾਗ ਲੱਭ ਤੇ ਇਹਨਾਂ ਨੂੰ ਆਪਣੇ ਹੱਥੀਂ ਰੋਰ ਫੇਰ ਸਾਰਾ ਕੁਝ ਤੇਰਾ ਹੀ ਆ ਮੈਂ ਕਿਹੜਾ ਇਹ ਕਿਲ ਕਰਕੇ ਲੈ ਜਾਣਾ ਹੈ ਮਾਮਾ ਨਹੀਂ ਮੇਰੀ ਛੋਟੀ ਬੀਬੀ ਹੈਗੀ ਕਈ ਵਾਰ ਬਿੱਲੀਆਂ ਅੱਖਾਂ ਵਾਲੀ ਗੁਰਮੀਤ ਭੈਣ ਜੀ ਨਾਲ ਵੀ ਹੋ ਗਿਆ ਸੀ ਆਪਣੀ ਠੱਠੀ ਦੀ ਬਚਪਨ ਦੀ ਹਾਨਨ ਕੁੜੀ ਧੰਤੋ ਨਾਲ ਵੀ ਹੋ ਗਿਆ ਸੀ ਤੇ ਫਿਰ ਜਦੋਂ ਉਹਦੀ ਮਾਂ ਛਿੰਨੋ ਉਹਦਾ ਇਲਾਜ ਕਰਵਾਉਣ ਉਹਨੂੰ ਬਾਬਿਆਂ ਦੇ ਡੇਰੇ ਤੇ ਲੈ ਕੇ ਗਈ ਤੇ ਉੱਥੇ ਮਿਲੀ ਜੱਟਾਂ ਦੀ ਕੁੜੀ ਸੀਤੋ ਨਾਲ ਵੀ ਉਸ ਨੂੰ ਮੁਹੱਬਤ ਹੋ ਗਈ ਸੀ ਜਿਹਨੇ ਉਹਦੇ ਗਲਾਸ ਵਿੱਚੋਂ ਜੂਠੀ ਚਾਹ ਪੀਤੀ ਉਸ ਦਿਨ ਤੋਂ ਬਾਅਦ ਉਹ ਹਰ ਵੀਰਵਾਰ ਵਾਲੇ ਦਿਨ ਸੋਹਣੇ ਕੱਪੜੇ ਪਾ ਕੇ ਬਣ ਸਵਰ ਕੇ ਤੇਰੇ ਤੇ ਜਾਣ ਲੱਗਾ ਮੈਨੂੰ ਹੱਸ ਕੇ ਆਖਦਾ ਹਾਂ ਮੇਲੇ ਚੱਲਿਆ ਮੇਲੇ ਰੱਬ ਨੇ ਮਾਰਿਆ ਹੀ ਰੋਂਦ ਜਿਹੜਾ ਨਾਤੇ ਤੇ ਛਿੰਨੋ ਦੇ ਘਰ ਜੰਮੇ ਚਾਚਾ ਜਿਹੜਾ ਨਾਤੇ ਤੇ ਛਿੰਨੋ ਦੇ ਘਰ ਜੰਮੇ ਚਾਚਾ ਉਹ ਜਦ ਮਿੰਦਰ ਦਾ ਬਹੁਤ ਹੋਣ ਵਾਲੀ ਗੱਲ ਨਹੀਂ ਮੈਨੂੰ ਸੁਪਨਾ ਹੀ ਲੱਗਦੀ ਆ ਮੈਨੂੰ ਲੱਗਦਾ ਕਿ ਮੈਂ ਸੱਚਮੁੱਚ ਨਾਤੇ ਤੇ ਛਿੰਨੋ ਦਾ ਪੋਤੀ ਆ ਚਾਚੇ ਜਸਵੰਤ ਦਾ ਕੰਮ ਜਿਹਨੂੰ ਚਾਚੇ ਜਸਵੰਤ ਦੇ ਖੇਤਾਂ 'ਚ ਕੰਮ ਕਰਨ ਦੇ ਬਦਲੇ ਹਰ ਮਹੀਨੇ ਬਜਵੇਂ ਪੈਸੇ ਮਿਲਦੇ ਆ ਕੀ ਕਰਨਾ ਜੀ ਮੇਰਾ ਵੱਡਾ ਭਰਾ ਨਹੀਂ ਸੱਜਣ ਜਿਹੜਾ ਵਿਚਾਰਾ ਮਰ ਗਿਆ ਆਹੋ ਉਹਦਾ ਹਿਰ ਕਰਨ ਵਾਸਤੇ ਓਏ ਕੀ ਆਂਦੀ ਫਿਰ ਲੋ ਆਖਣਾ ਕੀ ਆ ਆਂਦੀ ਸੀ ਪਾਪਾ ਜੀ ਵੱਡੇ ਭਾ ਵੱਲੋਂ ਤੇ ਬੜੀ ਮਾਰੀ ਹੋਈ ਜੇ ਵੱਡਾ ਭਾ ਦੇ ਘਰ ਦਾ ਕੰਮ ਹੁੰਦਾ ਸੀ ਰਹਾਉਣ ਦੀ ਰੱਬ ਦਾ ਭਾਣਾ ਮੈਨੂੰ ਆ ਓਏ ਨਿੰਦਰਾ ਹੋਣ ਵਾਲੀ ਨੂੰ ਤੇਰੇ ਭਾਪੇ ਨੇ ਕੋਈ ਸ਼ਗਨ ਪਾਇਆ ਕਿ ਨਹੀਂ ਓਏ ਚੁੰਨੋ ਨੇ ਬਰੂ ਅੱਜ ਤੇ ਚੋਇਆ ਕਿ ਨਹੀਂ ਲਾ ਚਾਚਾ ਚਿੰਨੋ ਨੇ ਤੇਲ ਸਵਾਹ ਚੋਣਾ ਸੀ ਹਰ ਵੀਰਵਾਰ ਤਖੀ ਦੇ ਦੀਵਾ ਜਗੋਂ ਤੁਰੀ ਹੁੰਦੀ ਆ ਮੈਂ ਇਹਨਾਂ ਨੂੰ 20 ਵਾਰੀ ਆਖਿਆ ਉਹ ਪੜਵੋ ਉਹ ਜਿਹੜਾ ਤੇਲ ਚਰਾਗਾਂ 'ਚ ਫੂਕਦੇ ਹੋ ਨਾ ਅਸੀਂ ਆਪਣੇ ਸਿਰ 'ਤੇ ਧੱਸਿਆ ਕਰੋ ਤੁਹਾਨੂੰ ਮਸਾ ਅਕਲ ਆਵੇ ਉਹ ਬੱਚਾ ਉਹ ਲਾ ਤੂੰ ਨਹੀਂ ਨਾ ਮੰਨਦਾ ਯਾਰ ਸਾਰਾ ਜੱਗ ਜਾਣਦਾ ਕਿ ਮੈਂ ਧਰਮਿੰਦਰ ਦਾ ਮੁੰਡਾ ਮਿੰਟੂ ਦਿਓਲ ਹੋ ਲਾਲ ਇੱਕ ਵਾਰੀ ਤੇ ਮੈਂ ਇਹਨੂੰ ਡੇਰੇ ਲੈ ਕੇ ਗਈ ਚੰਗਾ ਭਲਾ ਹੋ ਗਿਆ ਦੋਵੇਂ ਭਰਾ ਗਏ ਸੀ ਆਪੇ ਖੁਸ਼ੀ ਵੀਰਵਾਰੇ ਵਾਲੇ ਦਿਨ ਨਾ ਭੱਜਾ ਜਾਂਦਾ ਸੀ ਮੱਥਾ ਟੇਕਣ ਇੱਕ ਦਿਨ ਪਤਾ ਨਹੀਂ ਇਹਨੂੰ ਕੀ ਬਿੱਲੀ ਨਿੱਛ ਗਈ ਰੋਂਦਾ ਆਇਆ ਮੈਂ ਕਿਹਾ ਚੱਲ ਤੈਨੂੰ ਮੈਂ ਡੇਰੇ ਲੈ ਕੇ ਜਾਵਾਂ ਮੱਥਾ ਟਿਕਾਉਣ ਕਹਿੰਦਾ ਨਾ ਜੀ ਡੇਰੇ ਦਾ ਤੇ ਨਾ ਹੀ ਨਾ ਲੈ
ਚਾਚਾ ਚਾਚਾ ਮੈਂ ਸਾਰੀ ਰਾਤ ਸੋਚਦਾ ਰਿਹਾ ਚੱਲ ਮਰ ਗਈ ਤੇ ਮਰ ਗਈ ਸੀ ਆ ਚਲੇਗੀ ਹੋਈਆਂ ਤੰਤੋ ਕੋਲ ਦੋਵੇਂ ਭੈਣਾਂ ਬਹਿ ਕੇ ਦੁੱਖ ਸੁੱਖ ਬੋਲਦੀਆਂ ਹੋਣੀਆਂ ਜਦੋਂ ਚਾਚਾ ਸ਼੍ਰੀ ਦੇਵੀ ਨਾ ਆ ਬੰਬੀ ਦੇ ਚ ਬੱਚੇ ਤੇ ਮੇਰੇ ਨਾਲ ਕਹਿੰਦਾ ਹੁੰਦੀ ਨਾ ਡਰ ਮੈਨੂੰ ਉਦੋਂ ਬੜਾ ਲੱਗਦਾ ਹੁੰਦਾ ਸੀ ਤੇ ਡੋਬੀ ਨਾ ਜਾਏ ਔਰ ਮਰ ਗਈ ਤੇ ਮਰ ਗਈ ਸੀ ਸਿਆਪਾ ਮੁੱਕਾ ਤੁਹਾਡਾ ਵੀ ਭਾਰ ਲੱਥਾ ਵਿਚੋਲਗੀ ਦਾ ਵੀ ਚਾਚਾ ਹਾਲੇ ਨਾ ਮੇਰਾ ਵਿਆਹ ਕਰਾਉਣ ਦਾ ਮਨ ਨਹੀਂਗਾ ਨਿੰਦਰਾ ਪੁੱਤ ਕੀ ਗੱਲ ਹੋ ਗਈ ਅੱਛਾ ਮੈਨੂੰ ਹਾਲੇ ਵੀ ਉਹਦੀ ਯਾਦ ਆਉਂਦੀ ਜਦੋਂ ਸ੍ਰੀ ਦੇਵੀ ਨਾ ਐਸੇ ਬੰਬੀ ਦੇ ਚ ਬੱਚੇ ਤੇ ਮੇਰੇ ਨਾਲ ਨਹਾਉਂਦੀ ਹੁੰਦੀ ਜਦੋਂ ਉਹਨੂੰ ਮੇਰੇ ਤੇ ਬੜਾ ਲਾਡ ਆਉਂਦਾ ਸੀ ਨਾ ਤੇ ਮੇਰੇ ਤੇ ਨਾ ਪਾਣੀ ਦੀਆਂ ਛਿੱਟਾਂ ਮਾਰ ਮਾਰ ਕੇ ਮੇਰੇ ਨਾਲ ਬੜੀਆਂ ਲਾਡੀਆਂ ਕਰਦੀ ਹੁੰਦੀ ਤੇ ਚਾਚਾ ਹੋਵੇ ਸਾਹਮਣੇ ਮੂਸਲ ਐਸੇ ਮੂਸਲ ਚ ਨਾ ਤੂੜੀ ਦੀ ਮਗਰੀ ਚੁੱਕੀ ਤੋਂ ਬਾਹਰ ਨਿਕਲੀ ਉਹਦੇ ਮਗਰ ਕੰਜਰ ਮਰੀਸ਼ਪੁਰੀ ਨੰਬਰ ਦਾ ਨਾਮ ਸਦੀਕ ਵੀ ਨਿਕਲਿਆ ਆਹੋ ਚਾਚਾ ਫੇਰ ਹੋਣਾ ਤੇ ਹੁਣ ਸਾਰੀ ਉਮਰ ਦਾ ਹੀ ਆ ਜਾਣੀ ਜਾ ਤੂੰ ਇਹਦੀ ਜਿਹੜੀ ਹੇਜੀ ਕਿੱਥੋਂ ਗਈ ਹੈ ਇਹਨੂੰ ਪੁੱਛ ਅਸੀਂ ਕੋਠੜੀ ਚ ਜੰਮੇ ਬੜੇ ਵੱਡੇ ਹੋਏ ਜਵਾਨ ਹੋਏ ਤੇ ਖੇਡੇ ਆ ਤੇ ਸ਼੍ਰੀ ਦੇਵੀ ਕੀ ਆਂਦੀ ਸ਼੍ਰੀ ਦੇਵੀ ਨਹੀਂ ਕਰ ਸੋਂਦੀ ਤੰਤੋ ਦੀ ਭਰਾ ਉਹਨੇ ਉੱਡ ਪਾਂਡੀ ਉਹਨੂੰ ਆਖਣੀ ਤੈਨੂੰ ਬਹੁਤਾ ਪਤਾ ਨਹੀਂ ਇਹਨੂੰ ਪੁੱਛ ਅਸੀਂ ਇੱਕੋ ਕਾਰ 'ਚ ਬਹਿ ਕੇ ਨਾ ਸਕੂਲੇ ਜਾਂਦੇ ਹੁੰਦੇ ਸੀ ਤੇ ਮੇਰੇ ਘਰ ਨਾ ਤੀਜੀ ਜਮਾਤ ਦੀ ਪੰਜਾਬੀ ਦੀ ਕਿਤਾਬ ਲੈਣ ਆਇਆ ਸਾਰਾ ਦਿਨ ਖੇਡਦਾ ਨਹੀਂ ਹੁੰਦਾ ਸੀ ਫਿਰ ਐਕਟਰ ਤੇਰਾ ਕੀ ਫੈਸਲਾ ਕਿਆ ਕਿਰਪਾਲ ਤੂੰ ਵੀ ਪਸਤਰ ਆ ਇਹੀ ਫੈਸਲਾ ਕਰਾਉਣ ਵਾਸਤੇ ਅਸੀਂ ਚਾਚੇ ਜਸਵੰਤ ਨੂੰ ਜੱਜ ਬਣਾਇਆ ਨਿੰਦਰਾ ਪੋਤੇ ਨੇ ਤੇ ਸੱਚੀ ਗੱਲ ਦੱਸਾਂ ਮਰਿਆਂ ਨੂੰ ਬਹੁਤਾ ਯਾਦ ਨਹੀਂ ਕਰੀਦਾ ਤੇ ਆ ਵੀ ਸੁਣ ਲਾ ਮਰਿਆਂ ਨੂੰ ਜੇ ਬਹੁਤਾ ਯਾਦ ਕਰੀਏ ਤਾਂ ਉਹ ਬੰਦੇ ਨੂੰ ਆਪਣੇ ਕੋਲ ਹੀ ਬੁਲਾ ਲੈਂਦੇ ਤੇ ਹੋਰ ਜਿੱਦਾਂ ਛੇਤੀ ਮਰਨ ਦਾ ਜੀ ਕਰਦਾ ਹੀ ਤੇ ਕਰੀ ਚੱਲ ਯਾਦ ਪਰ ਮੁਰਦੇ ਕਦੀ ਨਹੀਂ ਕਿਸੇ ਦੇ ਸਕੇ ਹੋਏ ਹਾਂ ਭਰਾ ਨਾ ਮੈਂ ਨਹੀਂ ਮਰਨਾ ਹਲੇ ਨਾਲੇ ਮਰਿਆਂ ਦੇ ਨਾਲ ਵੀ ਮਰਿਆ ਕੋਈ ਬਸ ਆ ਕੀਤੀ ਤੂੰ ਬੰਦਿਆਂ ਵਾਲੀ ਗੱਲ ਸੂਰਮਾ ਬਣ ਤੂੰ ਸੂਰਮਾ ਹਾਂ ਉਹ ਆਪਣਾ ਭਗਤ ਸਿੰਘ ਵਰਗਾ ਜਿਵੇਂ ਉਹ ਯੂਨੀਅਨ ਵਾਲਾ ਲੀਡਰ ਆਂਦਾ ਸੀ ਬਸ ਪੂਰਾ ਉਦਾਂ ਦਾ ਹੀ ਸਦਾ ਚੜ੍ਹਦੀ ਕਲਾ 'ਚ ਰਹਿਣਾ ਕਦੇ ਆਪਣਾ ਦਿਲ ਨਹੀਂ ਛੱਡਣਾ ਭਗਤ ਸਿੰਘ ਦਾ ਰਾਹ ਸਾਡਾ ਰਾਹ ਹਨਾ ਚਾਚਾ ਹਾਂ ਬਿਲਕੁਲ ਭਗਤ ਸਿੰਘ ਵਾਂਗ ਸੂਰਮਾ ਬਣੇ ਹਾਂ ਭਗਤ ਸਿੰਘ ਦਾ ਰਾਹ ਸਾਡਾ ਰਾਹ ਭਗਤ ਸਿੰਘ ਦਾ ਰਾਹ ਸਾਡਾ ਰਾਹ ਹਾਂ ਭਗਤ ਸਿੰਘ ਦਾ ਰਾਹ ਸਾਡਾ ਰਾਹ ਚਾਚਾ ਭਗਤ ਸਿੰਘ ਦਾ ਰਾਹ ਸਾਡਾ ਰਾਹ ਓਏ ਗੁਰਪਾਲ ਗੀਤ ਗਾਏ ਨੇਤਾਵਾਂ ਦੇ ਭਾਸ਼ਣ ਹੋਏ ਆਪਣਾ ਨਿੰਦਰ ਲੈ ਵੀ ਬਹਿ ਕੇ ਸਾਰਿਆਂ ਦੇ ਭਾਸ਼ਣ ਸੁਣਦਾ ਰਿਹਾ ਤੇ ਜਿੱਦਾਂ ਹੀ ਭਾਸ਼ਣ ਖਤਮ ਹੋਣ ਤੋਂ ਬਾਅਦ ਨੇਤਾਵਾਂ ਨੇ ਨਾਅਰੇ ਲਾਉਣੇ ਸ਼ੁਰੂ ਕੀਤੇ ਨਾ ਪਤੰਦਰ ਹੋਣੀ ਜੀ ਉਹਨਾਂ 'ਚ ਸ਼ਾਮਲ ਹੋ ਕੇ ਉੱਚੀ ਨਾਅਰੇ ਲਾਉਣ ਲੱਗ ਪਿਆ ਕਿਸਾਨ ਯੂਨੀਅਨ ਜਿੰਦਾਬਾਦ ਸਾਡਾ ਕਰਜ਼ਾ ਮਾਫ ਕਰੋ ਪੰਜਾਬ ਸਰਕਾਰ ਮੁਰਦਾਬਾਦ ਭਗਤ ਸਿੰਘ ਦਾ ਰਾਹ ਸਾਡਾ ਓ ਨੇਤਾ ਜੀ ਨਾਅਰੇ ਲਾਉਣੇ ਬੰਦ ਕਰੋ ਤੇ ਪਹਿਲਾਂ ਚੱਲ ਕੇ ਡੰਗਰਾਂ ਨੂੰ ਪੱਠਾ ਦਿੱਤਾ ਪਾਓ ਚਲੋ ਵੇਲੇ ਸਿਰ ਪਹੁੰਚੋ ਵੇਲਾ ਚਾਚਾ ਤੰਤੋ ਦੇ ਸ੍ਰੀ ਦੇਵੀ ਉਂਝ ਮਰ ਗਈਆਂ ਸੀ ਤੇ ਸੀਤੋ ਜੀ ਦੇ ਜੀ ਮਰ ਗਈ ਹੁਣ ਮੇਰਾ ਕੀ ਹੋਊ ਚਾਚਾ ਨਿੰਦਰਾ ਪੁੱਤ ਤੇਰੇ ਲਈ ਕੋਈ ਸੋਹਣੀਆਂ ਕੁੜੀਆਂ ਦਾ ਘੱਟ ਹੈ ਲੱਭਦਾ ਕਰਿਓ ਲਾ ਲੋਦਾ ਫੇਰ ਨਹੀਂ ਯਾਦ ਕਰਦਾ ਮੈਂ ਉਹਨਾਂ ਨੂੰ ਆ ਪਰ ਚਾਚਾ ਤੂੰ ਹੀ ਆਪਣਾ ਵਾਰਾ ਯਾਦ ਰੱਖੀ ਕਮਲਾ ਨਾ ਹੋਵੇ ਤੇ ਅੱਗੇ ਕਦੀ ਅਸੀਂ ਤੇ ਪਰ ਨਿੰਦਰ ਦੇ ਮਨ ਦੇ ਅੰਦਰ ਉਹ ਸਤਰਾਂ ਪਤਾ ਹੀ ਨਹੀਂ ਕਿੱਥੋਂ ਮੜਾਈਆਂ ਸੀ ਜੋ ਉਹਨੇ ਵੈਰਾਗੀ ਅਵਸਥਾ ਵਿੱਚ ਲਿਖਿਆ ਸੀ ਤੇ ਜਦੋਂ ਜੀ ਕਰਦਾ ਕਦੇ ਬੰਬੀ ਦੇ ਚਬੱਚੇ ਵੱਲ ਤੇ ਕਦੇ ਸੁਰਜੀਤ ਹੋਰਾਂ ਦੇ ਮੂਸਲ ਵੱਲ ਮੂੰਹ ਕਰਕੇ ਆਪਣੇ ਆਪ ਨੂੰ ਗਾ ਕੇ ਸੁਣਾਉਣ ਲੱਗ ਜਾਂਦਾ ਸੀ ਨਾਰੋ ਨਿੰਦਰਾ ਨਾਰੋ ਤੇਰਾ ਕੋਈ ਨਾ ਬੇਲੀ ਓਏ ਤੇਰਾ ਸਭ ਕੁਝ ਉਜੜ ਗਿਆ ਤੇਰਾ ਮੁੱਲ ਨਾ ਥੇਲੀ ਓਏ ਤੂੰ ਖਾਲੀ ਓਏ ਬਣ ਗਿਆ ਸਵਾਲੀ ਓਏ ਨਾ ਪਾਪਾ ਪੁੱਛਦਾ ਓਏ ਨਾ ਮਿਲਦਾ ਸੰਨੀ ਓਏ ਉਹ ਉੱਡਣ ਕਰਦੀ ਸੀ ਲੈ ਮਗਰੀ ਤੂੜੀ ਦੀ ਉਹ ਉੱਡ ਗਈ ਲੋਕੋ ਉਹ ਡੁੱਬੜ ਕਰਦੀ ਸੀ ਉਹ ਮੈਨੂੰ ਡੁੱਬ ਗਈ ਤਿੱਖੀ ਬਰਛੀ ਮੇਰੀ ਹਾਏ ਇੱਕ ਤੇ ਡੁੱਬ ਗਈ ਤੇਰਾ ਕੋਈ ਨਾ ਵਾਲੀ ਓਏ ਤੂੰ ਖਾਲੀ ਓਏ ਅਰਿੰਦਰ ਉਹ ਕੀ ਰੋਣ ਤੋਂ ਲੈ ਯਾਰ
ਚਾਚੇ ਦੀ ਰਿਟਾਇਰਮੈਂਟ ਪਾਰਟੀ ਆ ਉਹ ਖੁਸ਼ੀ ਦਾ ਗਾਉਣ ਸੁਣਾ ਯਾਰ। ਉਹ ਇਤਨਾ ਉਹ ਕੌਣ ਸੁਣਾ ਜਿਹੜਾ ਤੂੰ ਪਾਰਟੀ ਲਈ ਜੋੜਿਆ? ਲਾ ਕਿਰਪਾਲ ਉਹ ਗੋਣ ਮੈਂ ਤਾਂ ਸੁਣਾਉਂਗਾ ਜੇ ਚਾਚਾ ਨਾ ਮੈਨੂੰ ਭਾ ਕੇ ਛਾੜੇ ਲੈ ਕੇ ਜਾਊਗਾ। ਨਰਸ ਨੂੰ ਮਿਲਾਉਣ ਲਾ ਚਾਚਾ ਨਰਸ ਕੋ ਆਪਾਂ ਕੀ ਭਲਾ ਮੂੰਗ ਦਲਾਉਣੀ ਆ ਉਹਦੀ ਨਾ ਮੇਰਾ ਸਰੀਰ ਜਿਹਾ ਵੱਲ ਜਿਹਾ ਨਹੀਂ ਲੋ ਡਾਕਟਰ ਨੂੰ ਖਾਉਨੇ ਆ ਇਹ ਆਪਾਂ ਨੂੰ ਕੋਈ ਨਰਸ ਦਾ ਏਡਾ ਹੇਜ ਹੋਈ ਨਹੀਂ ਆ। ਅੱਛਾ ਏਜ ਨਾ ਸਹੀ ਉਹ ਵੇਖਣ ਨੂੰ ਚਿੱਤ ਤੇ ਕਰਦਾ ਹੀ ਹੋਊਗਾ। ਲਾ ਚਾਚਾ ਵੇਖ ਜੂਗੀ ਤੇ ਵੇਖ ਵੀ ਲਵਾਂਗੇ ਸੋਹਣੀਆਂ ਮੂਰਤਾਂ ਵੇਖਣ ਨੂੰ ਹੀ ਹੁੰਦੀਆਂ ਨੇ। ਚੰਗਾ ਛਾੜੇ ਵੀ ਜਾਵਾਂਗੇ ਹੁਣ ਗਾਉਣ ਸੁਣਾ। ਲਾ ਚਾਚਾ ਸੁਣ ਫਿਰ ਤੂੰ ਉਹ ਅੱਜ ਚਾਚੇ ਦੀ ਪਾਰਟੀ ਓਏ ਲੱਗਾ ਮੇਲਾ ਗੇਲਾ ਜੀ ਤੁਸੀਂ ਖਾਓ ਪੀਓ ਐਸ਼ ਕਰੋ ਮਿੱਤਰੋ ਪਾਓ ਭੰਗੜੇ ਮੈਦਾਨ ਵਿੱਚ ਨਿੱਤਰੋ ਓ ਤੁਸੀਂ ਉੜ ਜਾਓ ਭੁੰਨੇ ਹੋਏ ਤਿੱਤਰੋ ਓ ਨਾਲੇ ਉੜ ਜਾ ਕੈਨੇਡਾ ਗਰਪਾਲ ਤੂੰ ਓ ਕੰਮ ਕਾਰ ਸਾਰਾ ਮੈਨੂੰ ਦੇ ਸੰਭਾਲ ਤੂੰ ਓ ਕਰੀ ਫਿਕਰ ਨਾ ਤੂੰ ਕਿਸੇ ਕੰਮ ਕਰਦਾ ਕਰੀ ਪੂਰਾ ਤੂੰ ਯਕੀਨ ਐਸ ਯਾਰ ਦਾ ਹੁਣ ਚਾਚੇ ਨੇ ਵੀ ਕੱਢ ਦਿੱਤਾ ਸਰਕਾਰ ਨੇ ਨੌਕਰੀਆਂ ਹੁਣ ਚਾਚੇ ਨੇ ਵੀ ਕੱਢ ਦਿੱਤਾ ਸਰਕਾਰ ਨੇ ਨੌਕਰੀਆਂ ਇਹ ਵੀ ਹੁਣ ਹੋ ਗਿਆ ਵਿਹਲਾ ਜੀ ਰੋਜ਼ ਦਿਹਾੜੀ ਮੈਨੂੰ ਟੋਕੂਗਾ ਮੇਰੇ ਸਿਰ ਵਿੱਚ ਛੱਤਰ ਠੋਕੂਗਾ ਤੁਸੀਂ ਸਭ ਸ਼ਕਲ ਸ਼ਕਾਉਣ ਜੀ ਸਭ ਸੁਣਦੇ ਮਿੰਟੂ ਦਾ ਗਾਉਣ ਜੀ ਪਰ ਸਾਡਾ ਇੱਥੇ ਕੌਣ ਜੀ ਪਰ ਸਾਡਾ ਇੱਥੇ ਮਾਂ ਜਾ ਕੇ ਇਹਨੂੰ ਮਾਰੇ ਜੱਫੀ ਪਾਉਣ ਹੀ ਲੱਗਾ ਤਾਂ ਪਤਾ ਨਹੀਂ ਧੰਤੋ ਵਿੱਚ ਕਿਧਰੋਂ ਆ ਗਈ ਉਹਨੇ ਫੜ ਕੇ ਨਾ ਮੈਨੂੰ ਜੂੰਡਿਆ ਤੇ ਮੈਨੂੰ ਘੁਮਾ ਮੈਨੂੰ ਕਹਿੰਦੀ ਕੁੱਟਿਆ ਮੇਰਾ ਰੋਣ ਮਾਰਦਾ ਚਾਚਾ ਉਹਨੇ ਨਾ ਫੇਰ ਮੇਰੀ ਵੱਖੀ ਤੇ 2-3 ਮੁੱਕੀਆਂ ਵੀ ਮਾਰੀਆਂ ਉਸ ਤੋਂ ਬਾਅਦ ਚਾਚਾ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਕੀ ਹੋ ਗਿਆ ਚਾਚਾ ਤੈਨੂੰ ਆਪਣਾ ਵਾਰਾ ਯਾਦ ਨਾ ਚਾਚਾ ਕਿਹੜਾ ਵਾਦਾ? ਉਹ ਚਾਚਾ ਰਿਸ਼ਤੇ ਵਾਲਾ ਓਏ ਨਿੰਦਰਾ ਹਾਂ ਮੈਂ ਤਾਂ ਕਹਿੰਦਾ ਹਸਪਤਾਲ ਵਾਲੀ ਨਰਸ ਨਾਲ ਨਾ ਤੁਹਾਡੀਆਂ ਗੱਲ ਤੇਰੀਆਂ ਲਾ ਚਾਚਾ ਡਾਕਟਰ ਨੂੰ ਕਹਿ ਨਾ ਫੇਰ ਚਾਚਾ ਨਰਸ ਨਾਲ ਹੀ ਗੱਲ ਤੋਰਨਾ ਓਏ ਕੰਜਰਾ ਲੋ ਨਰਸ ਵਾਲੇ ਰਾਹ ਹੀ ਚੱਲ ਚਾਚਾ ਭਰਾ ਨੂੰ ਗੱਲ ਦੱਸ ਭਰਾ ਭਗਤ ਸਿੰਘ ਦਾ ਰਾਹ ਕਿਹੜਾ ਰਾਹ ਹੀ ਤੇ ਸਾਡਾ ਰਾਹ ਕਿਹੜਾ ਰਾਹ ਓਏ ਭਗਤ ਸਿੰਘ ਵਾਲਾ ਰਾਹ ਵੀ ਲੱਭਦੇ ਆ ਕੰਮ ਬੜਾ ਪਿਆ ਕਰਨ ਵਾਲਾ ਪਹਿਲਾਂ ਆਹ ਕਰ ਲਾ ਫਿਰ ਪਤਾ ਕਰਦੇ ਆ ਕਿਹੜਾ ਹੈ ਭਗਤ ਸਿੰਘ ਦਾ ਰਾਹ। ਹਾਂ ਮੈਨੂੰ ਲੱਗਦਾ ਮੇਰੇ ਅੰਦਰਲਾ ਭਗਤ ਸਿੰਘ ਵੀ ਅੰਨਾ ਹੋ ਗਿਆ ਨਾ ਭਗਤ ਸਿੰਘ ਨੂੰ ਕੋਈ ਰਾਹ ਦਿਖਾਈ ਦਿੰਦਾ ਤੇ ਨਾ ਹੀ ਮੈਨੂੰ ਉਹ ਦੂਸਰਾ ਉਦੋਂ ਤੱਕ ਜਾਰੀ ਰਹੂਗੀ ਆ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ। ਦੂਸਰਾ ਭਰਾ ਮਨੁੱਖ ਤੋਂ ਮਨੁੱਖ ਦੀ ਲੁੱਟ ਕੀ ਹੁੰਦੀ ਨਿੰਦਰਾ ਜਿਵੇਂ ਦੁਕਾਨਾਂ ਵਾਲੇ ਕਰਦੇ ਆ 5 ਰੁਪਏ ਦੀ ਚੀਜ਼ 10 ਰੁਪਏ 'ਚ ਵੇਚ ਕੇ ਅੱਛਾ ਹੋਰ ਕੀ ਜਿਵੇਂ ਆੜਤੀਏ ਕਰਦੇ ਜੱਟਾਂ ਦੀ ਲੁੱਟ ਤੇ ਆ ਜੱਟ ਕਰਦੇ ਸਾਡੀ ਲੁੱਟ। ਫੇਰ ਤੁਸੀਂ ਭਰਾ ਆੜਤੀਆਂ ਦੀ ਲੁੱਟ ਕੌਣ ਕਰਦੇ ਨਿੰਦਰਾ ਇਹਦੇ ਤੋਂ ਅੱਗੇ ਸਭ ਕਾਲਾ ਮਾੜਾ ਹੀ ਆ। ਇਹ ਭਰਾ ਕਾਲਾ ਮਾਰਾ ਕੀ ਹੁੰਦਾ ਨਿੰਦਰਾ ਇਹ ਸਭ ਸਮਝਣਾ ਨਾ ਸਾਡੇ ਵਾਸਤੇ ਗੱਲ ਨਹੀਂ ਆ। ਲਾ ਤੂੰ ਜਿਆਦਾ ਸਾ ਗੱਲ ਤੇ ਫਿਰ ਸਾਰੀ ਆ ਕਾਲਾ ਮਾਰਾ ਸਮਝਦੀ ਆ ਨਾ ਹਾਂ ਸਭ ਕਾਲਾ ਮਾਰਾ ਜੀ ਸਭ ਕਾਲਾ ਮਾਰਾ ਜੀ ਕਿਹੜਾ ਕਰਦਾ ਸਾਲਾ ਜੀ ਸਭ ਕਾਲਾ ਮਾਰਾ ਜੀ ਕਿੱਧਰ ਤੁਰਿਆ ਦੀ ਗੱਲ ਕਰਦੀ ਗਈ ਆ ਚਾਚਾ ਤੁਹਾਨੂੰ ਮੇਰੇ ਆਸਤੇ ਕੁੜੀ ਲੱਭਣ ਦੀ ਲੋੜ ਨਹੀਂ ਚਾਚਾ ਜਸਵੰਤ ਮੇਰੇ ਆਸਤੇ ਕੁੜੀ ਲੱਭਣ ਦੇ ਆ ਕੇ ਲੱਭ ਹੀ ਲਈ ਆ ਲੈ ਚਾਚਾ ਹੋ ਪਰ ਆ ਕੰਜਰ ਦਾ ਅਸਮਾਨੋਂ ਥੋੜਾ ਜਿਹਾ ਡਾਕਟਰ ਤਾਂ ਆ ਨਾ ਚਾਚਾ ਬਸੰਤੀ ਰੰਗ ਹੁੰਦਾ ਹੀ ਆ ਦਾਲ ਆ ਵਾਹ ਬਈ ਬਿਲਕੁਲ ਠੀਕ ਪਛਾਣਿਆ ਯਾਰ ਪਤਾ ਹੀ ਲੱਗੇ ਉਹ ਮੇਰਾ ਰੰਗ ਦੇ ਬਸੰਤੀ ਚੋਰਾ ਮੇਰਾ ਰੰਗ ਦੇ ਬਸੰਤੀ ਚੋਰਾ ਤੇ ਪੈਸੇ ਦੇ ਦੂ ਦਿੱਤੇ ਜਿੰਨਾਂ ਨੇ ਦੇਣੇ ਸੀਗੇ ਦੇਤੇ ਪੈ ਮੇਰੇ ਖਾ ਗਏ ਸਾਰੇ ਆਹ ਕਿੱਦਾਂ ਦੀ ਦਾਲ ਬਣਾਈ ਆ ਮੇਰਾ ਪਾਣੀ ਤੜਕਾ ਲਾਉਣ ਗਿਆ ਤੇਰੇ ਹੱਥ ਟੁੱਟਦੇ ਆ ਚਾਚੀ ਦੀ ਦਾਲ ਖਾ ਕੇ ਵੇਖੀ ਕਿੱਡੀ ਸਵਾਦ ਹੁੰਦੀ ਆ ਆਹ ਮੇਰਾ ਪਾਣੀ ਮੈਂ ਨਹੀਂ ਖਾਣਾ ਲੋਨੀ ਤੇਰੇ ਵਾਸਤੇ ਤੜਕਾ ਹੈ ਪੋਨੀ ਤੇਰੇ ਸਿਰ 'ਚ ਸੱਤਾ ਚੁੱਲ੍ਹਿਆਂ ਦੀ ਸਵਾਹ ਤੇਰਾ ਪਿਓ ਦਿਹਾੜੀਆਂ ਕਰਦਾ ਬੁੱਢੇ ਵਾਰੇ ਭਰਾ ਤੇਰਾ ਦਿਹਾੜੀਆਂ ਕਰਦਾ ਤੂੰ ਨਹੀਂ ਦਿਹਾੜੀਆਂ ਕਰ ਸਕਦਾ ਮੌਤ ਪੈਂਦੀ ਤੈਨੂੰ ਮੈਂ ਕੋ ਦਿਹਾੜੀਆਂ ਕਰਾਂ ਮੈਂ ਤੇ ਜੱਟ ਸਰਦਾਰਾਂ ਦਾ ਪੋਤਿਆਂ ਨਾਲੇ ਮੈਂ ਤੁਹਾਡੀਆਂ ਸਭ ਕਰਤੂਤਾਂ ਜਾਣਦਾ ਜਦੋਂ ਮੈਂ ਸੁੱਤਾ ਹੁੰਦਾ ਨਾ ਤੁਸੀਂ ਮੇਰਾ ਲਹੂ ਨਾ ਸਰਿੰਜਾਂ ਨਾਲ ਕੱਢ ਕੇ ਆਪਣੇ ਆਪ ਨੂੰ ਚੜੀ ਜਾਂਦੇ ਨਾਲੇ ਕੰਜਰ ਮੈਨੂੰ ਮੇਰੇ ਪੈਸੇ ਦਿਓ ਅੱਗੇ ਮੇਰੇ ਵਿਆਜੀ ਦਿੱਤੇ ਪੈਸੇ ਡੁੱਬ ਗਏ ਆ
ਜਦੋਂ ਮੈਂ ਜਾਣਾ ਮੈਂ ਕਿਹਾ ਮੇਰੇ ਪੈਸੇ ਦੇ ਦੋ ਅੱਗੋਂ ਕਹਿੰਦਾ ਮਿਲ ਜਾਣਗੇ ਕੋਈ ਨਹੀਂ ਭਾਈ ਨਹੀਂ ਚੱਲੇ ਇੱਥੇ ਹੀ ਆ ਹੁਣ ਮੇਰੇ ਵੱਲ ਵੇਂਦੀ ਕਿੱਦਾਂ ਵਾ ਜਿਵੇਂ ਗੂੰਗੀ ਵੇਂਦੀ ਹੁੰਦੀ ਆ ਗਰੀ ਵਾਂਗ ਹੋ ਗਈ ਮੇਰੇ ਅੰਦਰਲਾ ਭਗਤ ਸਿੰਘ ਵੀ ਅੰਨਾ ਹੋ ਗਿਆ ਨਾ ਭਗਤ ਸਿੰਘ ਨੂੰ ਕੋਈ ਰਾਹ ਦਿਖਾਈ ਦਿੰਦਾ ਨਾ ਮੈਨੂੰ ਹੁਣ ਤੇ ਮੈਨੂੰ ਰਾਤੀ ਨੀਂਦ ਵੀ ਨਹੀਂ ਆਉਂਦੀ ਬੜੇ ਭੜੇ ਸੁਪਨੇ ਆਉਂਦੇ ਪਰਸੋਂ ਰਾਤੀ ਮੈਨੂੰ ਬੜਾ ਸੁਪਨਾ ਆਇਆ ਹਾਏ ਓ ਮੇਰੇ ਰੱਬਾ ਖਲੋ ਜਾ ਤੇਰੀ ਤੇਰੀ ਦੀ ਮੇਰੇ ਲਈ ਸਭ ਦਰਵਾਜ਼ੇ ਬੰਦ ਹੋ ਹੀ ਜਾਂਦੇ ਆ ਪਹਿਲਾਂ ਧੰਤੋ ਗਈ ਫਿਰ ਸ਼੍ਰੀ ਦੇਵੀ ਫਿਰ ਗਨੀਤ ਭੈਣ ਜੀ ਵੀ ਵਿਆਹ ਤੋਂ ਬਾਅਦ ਬਦਲੀ ਕਰਾ ਕੇ ਭਰਾਣੀ ਕਿੱਥੇ ਚਲੇ ਗਈ ਤੇ ਹੁਣ ਚਾਚਾ ਵੀ ਵਿਚਰ ਗਿਆ ਕਹਿੰਦਾ ਮੈਂ ਤੈਨੂੰ ਕੰਮ ਤੇ ਨਹੀਂ ਰੱਖਣਾ ਇੰਨੇ ਸਾਲਾਂ ਤੋਂ ਮੈਂ ਸਾਰਾ ਚਾਚੇ ਦਾ ਵਾਹੀ ਖੇਤੀ ਦਾ ਕੰਮ ਸਾਂਭਿਆ ਪਹਿਲਾਂ ਮੇਰੇ ਵੱਡੇ ਭਰਾ ਸੱਜਣ ਨੇ ਸਾਂਭਿਆ ਹੁੰਦਾ ਸੀ ਅਸੀਂ ਚਾਚੇ ਦੇ ਪੀੜੀਆਂ ਤੋਂ ਕਮੇ ਚਾਚੇ ਨੇ ਚੰਗੀ ਕੀਤੀ ਸਾਡੇ ਨਾਲ ਹੁਣ ਚਾਚਾ ਕਹਿੰਦਾ ਤੇਰੀ ਮਾਂ ਛਿੰਨੋ ਨਾ ਸਾਰੇ ਪਿੰਡ ਵਿੱਚ ਰੌਲਾ ਪਾਉਂਦੀ ਫਿਰਦੀ ਆ ਕਿ ਅਸੀਂ ਮੁਫਤ ਵਿੱਚ ਕੰਮ ਕਰਾ ਕੇ ਤੈਨੂੰ ਲੁੱਟਦੇ ਆ ਆਇਓ ਬਾਬਾ ਜਾਰਾ ਪੀਰ ਬੜਾ ਵਜੇ ਨਾ ਹੋਈ ਛਿੰਨੋ ਦਾ ਮੇਰੀਆਂ ਬੇੜੀਆਂ 'ਚ ਵੱਟੇ ਪਾਉਣ ਵਾਲੀ ਦਾ ਕਿਤੇ ਸਾਡੇ ਗੁਰਦਾਰੇ ਵੀ ਲੰਗਰ ਖੋਲ ਤਾਂ ਕਿ ਕਦੀ ਕੋਈ ਭੁੱਖਾ ਨਾ ਰਵੇ ਬਾਬਾ ਜੀ ਕਦੀ ਕੋਈ ਭੁੱਖਾ ਨਾ ਰਵੇ ਬਾਬਾ ਜੀ ਓਏ ਨਿੰਦਰਾ ਗੁਰਦੁਆਰਾ ਅਜੇ ਪੂਰੀ ਤਰ੍ਹਾਂ ਬਣਿਆ ਨਹੀਂ ਆ ਬਾਹਰੋਂ ਪਲਸਤਰ ਹੋਣ ਵਾਲਾ ਆ ਪਰ ਚਾਚੇ ਨੇ ਮੈਨੂੰ ਤੋੜਿਆ ਹੀ ਨਹੀਂ ਮੈਨੂੰ ਲੱਗਦਾ ਨਹੀਂ ਚਾਚਾ ਹੁਣ ਮੈਨੂੰ ਕੰਮ ਤੇ ਰੱਖੂਗਾ ਸਾਰੇ ਸਿਆਪੇ ਛਿੰਨੋ ਦੇ ਆ ਮੇਰਾ ਜੀ ਕਰਦਾ ਮੈਂ ਇੱਟ ਫਣਾ ਤੇ ਛਿੰਨੋ ਦੇ ਸਿਰ 'ਚ ਮਾਰਾਂ ਤੈਨੂੰ ਪਾਰ ਬਣਾਵਾਂ ਭੁੱਖ ਲੱਗੀ ਆ ਹੁੰਦੀ ਹੁੰਦੀ ਓ ਹਲੋ ਭਜਨਾ ਲੀਡਰ ਗਰੀਬੀ ਦੇ ਭੁੱਖ ਤੋਂ ਤੰਗ ਆ ਕੇ ਫਾਹ ਲੈ ਕੇ ਮਰ ਗਿਆ ਸਾਡੀ ਸਰਕਾਰ ਨੂੰ ਪੁਰਜੋਰ ਮੰਗਿਆ ਕਿ ਭਜਨੇ ਲੀਡਰ ਦੇ ਟੱਬਰ ਨੂੰ 5 ਲੱਖ ਰੁਪਇਆ ਤੇ ਉਹਦੇ ਮੁੰਡੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉੱਚੀ ਸਾਰੇ ਨਾਰੇ ਲਾਉਂਦੇ ਕਿਸਾਨ ਯੂਨੀਅਨ ਜਿੰਦਾਬਾਦ ਸਾਡਾ ਕਰਜ਼ਾ ਮਾਫ ਕਰੋ ਭਗਤ ਸਿੰਘ ਦਾ ਰਾਹ ਸਾਡਾ ਰਾਹ ਨਾ ਵੀ ਤੂੰ ਚਾਹੋ ਹੋਣ ਲੱਗਦਾ ਭਗਤ ਸਿੰਘ ਨਾਲ ਅਸੈਂਬਲੀ ਹਾਲ 'ਚ ਬੰਬ ਸੁੱਟੂਗਾ ਓਏ ਨਿੰਦਰਾ ਪੁੱਤਰਾ ਇਹ ਜੱਟਾਂ ਦਾ ਆਪਣਾ ਝਗੜਾ ਆ ਨਾ ਆਪਣਾ ਇਹਦੇ ਵਿੱਚੋਂ ਕੀ ਲੈਣਾ ਦੇਣਾ ਤੇਰਾ ਨਾਂ ਮੇਰਾ ਤਾਂ ਹੈਗਾ ਹੀ ਉਹ ਗੋਤੇ ਜਿਹਾ ਖੁਰਾ ਓਏ ਲੱਖ ਹੋਵੇ 2 ਲੱਖ ਜਾਂ 5 ਲੱਖ ਮਿਲਣਾ ਭਜਣੇ ਦੇ ਟੱਬਰ ਨੂੰ ਆ ਤੇ ਸਰਕਾਰੀ ਨੌਕਰੀ ਉਹਦੇ ਮੁੰਡੇ ਨੂੰ ਮਿਲਣੀ ਆ ਨਾ ਤੈਨੂੰ ਇਹਦੇ ਚੋਂ ਘੁੱਗੂ ਮਿਲਣਾ ਆ ਹਾਂ ਪੁੱਛਿਆ ਕਿ ਕਿਸੇ ਤਰ੍ਹਾਂ ਸਾਨੂੰ 5 ਲੱਖ ਮਿਲ ਸਕਦਾ ਨਿੰਦਰਾ ਮਿਲ ਕਿਉਂ ਨਹੀਂ ਸਕਦਾ ਤੂੰ ਐ ਕਰੀ ਆਪਣੇ ਕਿਸੇ ਘਰ ਦੇ ਜੀ ਦੇ ਗਲ 'ਚ ਪਰਨਾ ਪਾ ਕੇ ਨਾ ਉਹਨੂੰ ਲਮਕਾ ਦੇ ਬੋੜ ਦੇ ਨਾਲ ਭਜਨੇ ਲੀਡਰ ਨਾਲ ਨਾ ਅਗਲਿਆਂ ਦੇ ਘਰ ਦਾ ਵੱਡਾ ਜੀ ਚਲ ਗਿਆ ਵਿਚਾਰੇ ਨੇ ਧੀ ਕਰਜ਼ਾ ਚੁੱਕ ਕੇ ਵਿਆਹੀ ਉਹ ਘਰੇ ਆ ਕੇ ਬਹਿ ਗਈ ਮੁੰਡਾ ਉਹਦਾ ਨਸ਼ਿਆਂ ਪੱਤਿਆਂ 'ਚ ਪੈ ਗਿਆ ਉਹਨਾਂ ਨੂੰ ਪਤਾ ਨਹੀਂ ਕੋਈ ਰੁਪਈਆ ਢੇਲੀ ਮਿਲਣਾ ਕਿ ਨਹੀਂ ਮਿਲਣਾ ਤੈਨੂੰ ਹੀ ਮਿਲ ਜੇ ਪਹਿਲਾਂ 5 ਲੱਖ ਮਿਲੀ ਜਾਣਾ ਜਿਹੜੇ ਰੌਲਾ ਪਾਉਂਦੇ ਹੋ ਮਿਲ ਜਾਣਾ ਆ ਕੇ ਹੁਣੀ ਮਿਲਦਾ ਕਿਦਨ ਮਾਣਾ ਲੱਛੂ ਦੇ ਟਾਂਗੇ 'ਚ ਲੱਗ ਕੇ ਖਲਾ ਦੂਗਾ ਨਾ ਲੱਛੂ ਆਇਆ ਨਾ ਟਾਂਗਾ ਤੇ ਨਾ ਬਾਬੇ ਨਾ ਕੇ ਉਹ ਤੂੰ ਮੋਟਰੀ ਦਾ ਭਾਈ ਨੂੰ ਬਣਾ ਫਿਰਦਾ ਹੈ ਤੂੰ ਪੂਰੇ ਟੱਬਰ ਵਾਸਤੇ ਤਿਆਰ ਹੋ ਤੂੰ ਕੀ ਕਰਦਾ ਉਹਦਾ ਪਾਣੀ ਕੋ ਖੇਡੇ ਦਾ ਬੰਦੇ ਕਰਦੇ ਇਹਦਾ ਵੇਖ ਕਿਵੇਂ ਕੁੱਤੇ ਵਾਂਗੂ ਅੱਖਾਂ ਪਾੜ ਕੇ
ਤੇ ਮੈਂ ਛਿੰਨੋ ਕੋਲ ਰੋਟੀ ਮੰਗੀ, ਛਿੰਨੋ ਨੇ ਮੈਨੂੰ ਚਾਰੇ ਖੁਰ ਚੁੱਕ ਕੇ ਪੈ ਰਹੀ ਸੀ। ਜਰਾ ਭੁੱਖ ਲੱਗੀ ਆ। ਹਾਂ ਆ ਗਲੀ ਚ ਕੌਣ ਲੰਘਿਆ ਈ? ਤੰਤੋ ਲੱਗਦੀ, ਤੰਤੋ ਕਿਦਾਂ ਹੋ ਸਕਦੀ? ਤੰਤੋ ਤੇ ਮਰ ਗਈ ਆ। ਹਾਂ ਨਹੀਂ ਹੋ ਸਕਦਾ ਤੰਤੋ ਹੀ ਹੋਵੇ, ਜਿਵੇਂ ਭਾਪੇ ਧਰਮਿੰਦਰ ਦੀ ਫਿਲਮ ਵਿੱਚ ਹੀਰੋਇਨ ਮਰਨ ਤੋਂ ਬਾਅਦ ਫੇਰ ਜਿੰਦਾ ਹੋ ਜਾਂਦੀ, ਹੋ ਸਕਦਾ ਤੰਤੋ ਵੀ ਜਿੰਦਾ ਹੋ ਗਈ ਹੋਵੇ। ਤਾਲਾ ਮੇੜ ਕੇ 16-17 ਰੋਟੀਆਂ ਖਾਧੀਆਂ। ਜੋਨੀ ਬਾਕੀ ਉਹਦੀ ਢਿੱਡ ਪਿਆ ਸੀ, ਸਕੂਲ ਠੀਕ ਉਹਦੀ ਜਾਨ ਹੀ ਲੈ ਗਈ। ਜੈ ਬਾਬਾ ਸ਼ਾਮ ਦਾ। ਉਹ ਬਾਬੇ ਨੇ ਆਖੇ ਉਹ ਤੂੰ ਫਾਹ ਕੋ ਨਹੀਂ ਲੈ ਲੈਂਦਾ ਓਏ? ਸਰਕਾਰ 5 ਲੱਖ ਦਿੰਦੀ ਆ, ਸਾਡੇ ਕੋਲ ਨਹੀਂ ਮਿਲੂਗਾ। ਲੈ ਬਈ ਗੱਲ ਠੀਕ ਹੀ 5 ਲੱਖ ਮਿਲੂਗਾ। ਵਾਹ ਬਈ ਵਾਹ, ਬਹੁਤ ਲੈ ਲੈ ਪਾ, ਲੈ ਲੈ ਪਾ। ਤੂੰ ਹੋਰ ਵੀ ਨਹੀਂ, ਆਪਾਂ ਹੁਣ ਇਹਦਾ ਕਰਨਾ ਵੀ ਕੀ ਆ? ਹੈ ਉਹ ਮੈਨੇ ਮਰਨਾ ਹੀ ਆ। ਹੁਣ ਮਾਤੂ ਟੱਕਰ ਦਾ ਕੋ ਸੋਚੂਗਾ, 4 ਪੈਸੇ ਮਿਲ ਜਾਣਗੇ। ਤੁਹਾਡੇ ਮਰ ਜਾਣੀ ਸਿੱਖ ਖਾਲੀ ਜ਼ਬਾਨ ਵਾਲਿਓ, ਆਪਣੇ ਪਿਓ ਦੀ ਮੌਤ ਭਾਲ ਦਿਓ। ਹੈ ਮਰਾ ਤੁਸੀਂ ਹਾਂ ਤਾਂ ਤੂੰ ਮਾਰਾ ਜਾ ਕੇ ਆ ਮੇਰਾ ਚਾਕੇ ਜਸਵੰਤ ਕੋ ਤੋਰੀ ਫੁਲਕਾ ਤੁਰਿਆ ਜਾਂਦਾ ਸੀ, ਤੂੰ ਵੀ ਮੇਰਾ ਕੰਮ ਛਡਾਇਆ। ਉਹ ਮੇਰੇ ਵੱਲ ਵੇਂਦਾ ਤੱਕ ਨਹੀਂ। ਹਾਏ ਬਾਬਾ ਸ਼ਾਹਬਦਾਰ, ਸਾਡੇ ਸਿਰ ਤੇ ਮੌਤ ਨੱਚਣ ਦੀ ਇਹ ਜੀ ਰਾਤ ਨੂੰ ਕੀ ਕਰਨਾ ਹੈ ਜਿਹੜੀ ਆਪਣੇ ਪਿਓ ਦੀ ਮੌਤ ਭਾਲਦੀ ਆ? ਇਹਦੇ ਨਾਲ ਤੇ ਨਾ ਹੀ ਹੁੰਦੇ ਤੇ ਚੰਗਾ ਸੀ। ਵੇ ਬੰਦੀ ਵੇ ਕਿੱਦਾਂ ਖੇਖਣ ਕਰਨ ਦੀ ਹੋਇਆ। ਓਏ ਟੱਪਾ ਜਾ ਫਰਾਮ ਕਰ ਦਿਓ। ਓ ਤੂੰ ਕੋ ਐਵੇਂ ਕਰਲਾਉਣ ਡਈ ਆ? ਕੁਝ ਨਹੀਂ ਹੁੰਦਾ ਮੈਨੂੰ। ਜੇ ਇਹੋ ਜੇ ਕੁੱਤੇ ਬਿੱਲਿਆਂ ਦੀ ਆਖੇ ਡੰਗਰ ਮਰ ਜਾਣ ਤੇ ਸਾਰੀ ਧਰਤੀ ਸੁੰਨੀ ਨਾ ਹੋ ਜਾਵੇ। ਓ ਜੱਟ ਕੀ ਇੱਥੋਂ। ਓਏ ਟਰਾ ਹਾਂ ਉਹ ਘੰਟੇ ਦਾ ਲੱਭੀ ਜਾਂਦੇ ਤੈਨੂੰ ਪਿੰਡ 'ਚ। ਪਹਿਲਾਂ ਵੀ ਇੱਕ ਜਿਹੜਾ ਮਾਰ ਗਿਆ ਤੇਰੇ ਘਰੋਂ। ਤੈਨੂੰ ਵੱਡੇ ਘਰੇ ਬੰਦੇ ਮਿਲਣ ਆਏ ਚੰਡੀਗੜ੍ਹ ਤੋਂ। ਹਾਂ ਚਾਚਾ ਸਤਨਾਮ ਵੀ ਆਇਆ ਹੀ। ਹਾਂ। ਮਿਲਣਾ ਹੀ ਤਾਂ ਵੇਖ ਲਾ, ਮਰਜ਼ੀ ਭਾਊ ਤੇਰੀ ਆ, ਪਰ ਪਹਿਲਾਂ ਆਪਣੀ ਬੁੜੀ ਨੂੰ ਪੁੱਛ ਲਈ। ਦਵਾ ਕਰ ਇਹਨੂੰ ਤੂੰ। ਆਇਆ ਓਏ ਆਪਾਂ ਯਾਰ ਤੈਨੂੰ ਮਿਲਣ ਆਏ ਆ ਤੇ ਤੂੰ ਯਾਰ ਅੱਖਾਂ ਨਹੀਂ ਤਾਂ ਚੁੱਕਣ ਡਿਆ। ਓਏ ਹੋਵੇ ਧਰਮਿੰਦਰ ਦਾ ਪੁੱਤ ਤੇ ਇੰਨੀ ਦਲਗੀਰੀ, ਐਡੇ ਸ਼ੇਰ ਪਿਓ ਦਾ ਪੁੱਤ ਆ ਯਾਰ। ਸ਼ੇਰ ਬਣ ਸ਼ੇਰ। ਓਏ ਅਟਰਾ ਸ਼੍ਰੀ ਦੇਵੀ ਤਾਂ ਹੁਣ ਗਈ। ਓਏ ਆ ਅੰਕਲ ਤੇਰੇ ਲਈ ਆਲੀਆ ਭੱਟ ਦਾ ਰਿਸ਼ਤਾ ਲੈ ਕੇ ਆਏ ਨੇ। ਓਏ ਕੰਜਰ ਦਿਆ, ਖੁਸ਼ੀ ਚ ਪੁੱਠੀਆਂ ਛਾਲਾਂ ਮਾਰ, ਤੂੰ ਤਾਂ ਜ਼ਮੀਨ 'ਚ ਹੀ ਵੜੀ ਜਾਣਾ ਹੈ। ਨਾ ਚਾਚਾ ਪੁੱਠੀਆਂ ਛਾਲਾਂ ਭਲਾ ਕੀ ਮਾਰਨੀਆਂ ਹੀ ਆ। ਹੁਣ ਤੇ ਸਾਰੀ ਖੇਡ ਹੀ ਪੁੱਠੀ ਪੈ ਗਈ ਆ। ਜ਼ਮੀਨ 'ਚ ਹੀ ਵੜਨਾ ਆ। ਖੇਡ ਪੁੱਠੀ ਪੈ ਗਈ ਆ? ਕੀ ਗੱਲ ਹੋ ਗਈ ਆ? ਖੇਡ ਕਿਵੇਂ ਪੁੱਠੀ ਪੈ ਗਈ? ਨਾ ਚਾਚਾ ਮੈਂ ਤੈਨੂੰ ਭਲਾ ਕੀ ਦੱਸਦਾ। ਜਦੋਂ ਤੂੰ ਮੈਨੂੰ ਕੰਮ ਤੋਂ ਕੱਢਿਆ ਨਾ, ਅਗਲੇ ਦਿਨ ਹੀ ਭਾਪੇ ਧਰਮਿੰਦਰ ਨੇ ਆਪਣੀ ਨਵੀਂ ਵਸੀਅਤ ਕਰਾਤੀ। ਤੇ ਉਹ ਵਸੀਅਤ 'ਚ ਨਾ ਸਾਰੀ ਜਾਇਦਾਦ ਲਾਤੀ ਸਨੀ ਦਿਓਲ ਭਾ ਦੇ ਨਾਂ ਤੇ ਬੋਬੀ ਦਿਓਲ ਭਾ ਦੇ ਨਾਂ ਤੇ। ਮੇਰੀਆਂ ਵੀਡੀਓ ਕੁਝ ਬੱਸਾਂ ਵੀ ਖੋਲੀਆਂ ਤੇ ਮੇਰਾ ਹਵਾਈ ਜਹਾਜ਼ ਵੀ ਖੋਲਿਆ। ਮੈਂ ਤਾਂ ਰਹਿ ਗਿਆ ਨਾਟੇ ਤੇ ਛਿੰਨੋ ਦੇ ਹੱਥਾਂ ਵੱਲ ਵੇਖਣ ਜੋਗਾ ਤੇ ਭੁੱਖਣ ਭਾਣਾ ਗਲੀਆਂ 'ਚ ਫਿਰਨ ਜੋਗਾ। ਓਹੋ ਬਈ ਆ ਤੇ ਫਿਰ ਤੇਰੇ ਨਾਲ ਧਰਮਿੰਦਰ ਨੇ ਬੜੀ ਮਾੜੀ ਕੀਤੀ ਬਈ। ਬਹੁਤ ਮਾੜੀ। ਉਹਨੂੰ ਇੰਜ ਨਹੀਂ ਕਰਨੀ ਚਾਹੀਦੀ। ਅਸੀਂ ਆਪ ਉੱਤੇ ਸਾਰੇ ਬਰਾਬਰ ਹੁੰਦੇ ਆ ਬਈ। ਨਾ ਚਾਚਾ ਜਦੋਂ ਰੱਬ ਨੇ ਬਰਾਬਰ ਨਹੀਂ ਕੀਤੇ ਫਿਰ ਭਾਪੇ ਨੇ ਕਿੱਥੋਂ ਕਰਨੇ? ਗੱਲ ਦੱਸ ਬਈ, ਇਹ ਅੱਜ ਕੱਲ ਤੇਰੇ ਸੰਨੀ ਭਾਜੀ ਓਏ ਹੋਣੀ ਤੈਨੂੰ ਮਿਲਦੇ ਹੁੰਦੇ, ਔਰ ਨਾਲੇ ਇੰਨੀ ਦਿਨੀ ਤੋਂ ਪੰਜਾਬ 'ਚ ਹੀ ਆ ਆਪਣੇ ਗੁਰਦਾਸਪੁਰੋਂ ਸੀਟ ਲੜਦੇ ਪਏ। ਨਾ ਚਾਚਾ ਜਦੋਂ ਖੂਨ ਹੀ ਚਿੱਟਾ ਹੋ ਗਿਆ ਤੇ ਫਿਰ ਕੌਣ ਭਰਾ ਤੇ ਕੌਣ ਪਿਓ? ਜਾ ਸੋਈ ਛੱਡ ਗਿਆ, ਜਾ ਲੱਭੇ ਹੈ। ਚਾਚਾ ਉਹਦਾ ਸਰਜੀਤ ਚਾਚਾ ਸਰਜੀਤ ਤਾਂ ਤਰੂ ਲੈ ਕੇ ਤੂੜੀ ਵਾਲੇ ਮੂਸਮ 'ਚ ਵੜ ਗਿਆ ਚਾਚਾ। ਓਏ ਟਰਾ, ਹਾਂ ਰੋਟੀ ਖਾਣੀ ਆ? ਹਾਂ ਸਾਡੀ ਮਰਜ਼ੀ ਆ। ਉਹ ਬਾਲ ਹਾਂਜੀ ਆ ਮੁੰਡਿਆਂ ਤੇ ਰੋਟੀ ਲੈ ਕੇ ਆ ਬਈ। ਕੀ ਆਇਆ ਜੀ? ਧੌਣ ਨੀਵੀਂ ਕੀਤੀ ਉਹ ਅਹਿਲ ਬੈਠਾ ਸੀ। ਹਰਿਆ ਬੂਟਾ ਧੁੱਪਾਂ ਨਾਲ ਲੂਸ ਕੇ ਪਾਣੀਆਂ ਵਾਂਝਾਂ ਹੋਣ ਕਰਕੇ ਕੁਮਲਾ ਕੇ ਧੁਆਖਿਆ ਤੇ ਲੱਕੜ ਹੋ ਚੁੱਕਾ ਸੀ। ਉਹ ਭਈ ਐਕਟਰਾ, ਉਹ ਭਈ ਆਪਾਂ ਤੇ ਤੇਰੇ ਵੇਖ ਕਿਤੇ ਚਲਾਓ ਵੇਖਣ ਆਏ ਆ ਬਈ। ਬਈ ਤੇਰੇ ਹਵਾਈ ਜਹਾਜ਼ਾਂ ਦੇ ਊਟੇ, ਸ਼੍ਰੀ ਦੇਵੀ ਨਾਲ ਤੇਰੇ ਇਕੱਠੇ ਸਕੂਲੇ ਜਾਣ ਦੀਆਂ ਕਹਾਣੀਆਂ। ਓਏ ਜਦੋਂ ਤੂੰ ਉਹਦੇ ਕੋਲੋਂ ਆਪਣੀ ਤੀਜੀ ਦੀ ਪੰਜਾਬੀ ਦੀ ਕਿਤਾਬ ਲੈਣ ਦੇ ਬਹਾਨੇ ਉਹਦੇ ਘਰ ਜਾਂਦਾ ਸੀ ਤੇ ਫਿਰ ਸਾਰਾ ਦਿਨ ਉਤੋਂ ਹਿਲਦਾ ਨਹੀਂ ਹੁੰਦਾ ਹੈ, ਬੋਲਦਾ ਨਹੀਂ। ਓ ਬਈ ਐਕਟਰ ਐਂ ਤੇ ਉਹ ਬਿੱਲੀਆਂ ਅੱਖ ਵਾਲੀ ਗੁਰਮੀਤ ਭੈਣ ਜੀ ਨੇ ਉਹ ਤੇਰੀਆਂ ਗੱਲਾਂ ਫੁੱਟ ਕੇ ਲਾਡ ਕੀਤਾ ਸੀ ਜਿਹੜਾ, ਉਹ ਗੱਲ ਸੁਣਨੀ ਆ ਹੈ। ਨਾਲੇ ਧੰਤੋ ਨੇ
ਆ ਕਰਨਾ ਰੋਂਦ ਮਾਰਿਆ ਸੀ ਤੇ ਉਹ ਸੰਤਾਂ ਦੇ ਡੇਰੇ ਤੇ ਸੀਤੋ ਨੇ ਤੇਰੀ ਝੂਠੀ ਚਾਹ ਪੀਤੀ ਸੀ ਉਹ ਗੱਲ ਸੁਣੀ ਹੋਈ ਆਪਾਂ ਪਰ ਨਿੰਦਰ ਦਾ ਮਨ ਜੋ ਇਹਨਾਂ ਕੁੜੀਆਂ ਦਾ ਜ਼ਿਕਰ ਸੁਣਦੇ ਸਾਰ ਹੀ ਇੰਜਣ ਵਾਂਗ ਧੱਕ ਧੱਕ ਕਰਨ ਲੱਗ ਜਾਂਦਾ ਸੀ। ਅੱਜ ਧੜਕਿਆ ਹੀ ਨਹੀਂ। ਉਹ ਕੀ ਗੱਲ ਐਕਟਰਾ ਉਹ ਤੂੰ ਬੋਲਦਾ ਨਹੀਂ ਓਏ ਹੈ ਉਹ ਨਿੰਦਰਾ ਉਹ ਤੂੰ ਮੈਨੂੰ ਇਹ ਗੱਲ ਦੱਸ ਕਹਿੰਦੇ ਹੈ ਮਾਮਾ ਜੀ ਨੇ ਕਿਹਾ ਸੀ ਕਿ ਤੂੰ ਪਹਿਲਾਂ ਆਪਣੀਆਂ ਭੈਣਾਂ ਦੇ ਵਿਆਹ ਕਰ ਲਾ ਫਿਰ ਸਾਰੀ ਜਾਇਦਾਦ ਤੇਰੀ। ਇੱਕ ਦੇ ਛੰਨਿਆ ਤੈਨੂੰ ਕਹਣਾ ਕੀ ਸਾਡੇ ਵਾਸਤੇ ਮਰ ਜਾ ਅੱਗੋਂ ਛਿੰਨੋ ਚਾਰੇ ਖੁਰ ਚੁੱਕੇ ਪੈ ਜਾ ਲੈ ਐਕਟਰਾ ਰੋਟੀ ਖਾ ਲਾ। ਘੁਮਲਾਏ ਬੂਟੇ ਦੀਆਂ ਸੁੱਕੀਆਂ ਟਾਹਣੀਆਂ ਹਵਾ ਨਾਲ ਹੈਗੀਆਂ। ਉਹਨੇ ਦੋਵਾਂ ਹੱਥਾਂ 'ਚ ਥਾਲੀ ਘੁੱਟ ਕੇ ਫੜੀ ਤੇ ਪੱਟਾਂ ਤੇ ਟਿਕਾ ਲਈ। ਵੱਡੀ ਸਾਰੀ ਬੁਰਕੀ ਤੋੜੀ, ਸਬਜ਼ੀ ਨਾਲ ਲਪੇੜ ਕੇ ਛੇਤੀ ਦਿਨੇ ਅੰਦਰ ਸੁੱਟ ਲਈ। ਤਪਦੀ ਰੇਤ ਤੇ ਪਾਣੀ ਦੀ ਇੱਕ ਕਣੀ ਲੱਗੀ, ਫਿਰ ਦੂਸਰੀ ਬੁਰਕੀ, ਫਿਰ ਤੀਸਰੀ। ਪਰ ਇੱਕ ਕਣੀ ਨਾਲ ਕਦੋਂ ਧਰਤੀ ਗਿੱਲੀ ਹੋਣ ਲੱਗੀ ਸੀ। ਉਹਦਾ ਜੀ ਕੀਤਾ ਕਿ ਸਾਰੀਆਂ ਰੋਟੀਆਂ ਦੀ ਇੱਕੋ ਬੁਰਕੀ ਬਣਾ ਕੇ ਇੱਕੋ ਵਾਰ ਸਬਜ਼ੀ ਨਾਲ ਲਪੇੜ ਕੇ ਅੰਦਰ ਸੁੱਟ ਲਵੇ। ਪਰ ਮੀਂਹ ਤਾਂ ਕਣੀ ਕਣੀ ਕਰਕੇ ਪੜਨਾ ਸੀ ਨਾ। ਕਣੀਆਂ ਤੇਜ਼ ਹੋ ਰਹੀਆਂ ਸੀ, ਬੁਰਕੀ ਤੇ ਬੁਰਕੀ ਅੰਦਰ ਸੁੱਟੀ ਜਾ ਰਹੀ ਸੀ। ਚਾਚਾ ਸਾਡੀ ਚਾਚੀ ਵਰਗੀ ਸਵਾਦ ਰੋਟੀ ਹੋਰ ਕੋਈ ਨਹੀਂ ਬਣਾ ਹੋਇਆ ਮੁਰਝਾਈਆਂ ਪੱਤੀਆਂ ਹਵਾ ਨਾਲ ਹਿੱਲੀਆਂ, ਜਾਮ ਹੋਇਆ ਸਰੀਰ ਹਰਕਤ ਵਿੱਚ ਆਇਆ। ਧੌਣ ਹਿੱਲੀ, ਆਸੇ-ਪਾਸੇ ਵੇਖਿਆ ਤੇ ਫਿਰ ਦਰਵਾਜ਼ੇ ਵੱਲ ਮੂੰਹ ਕੀਤਾ। ਨਿੰਦਰਾ ਹੋਰ ਰਵੇ ਰੋਟੀ ਲੈ ਚਾਚਾ ਆਉਂਦੇ ਤੈਨੂੰ ਤਾਂ ਪਤਾ ਹੀ ਆ ਮੇਰਾ ਤੇ ਭਿਲੀ ਦਾ ਚੋਲਾ ਰੋਟੀਆਂ ਮਿਲਦਾ ਉਹ ਗੁਰਪਾਲ ਉਹ ਨਿੰਦਰ ਲਈ ਹੋਰ ਰੋਟੀ ਲਿਆ ਵੀ ਲਿਆ ਉਹ ਲੈ ਓਏ ਐਕਟਰਾ ਚੱਕ ਫਿਰ ਚਾਚਾ ਹੋ ਛਮ ਛਮ ਵਰਖਾ ਹੋਣ ਲੱਗੀ। ਕੁਮਲਾਈਆਂ ਪੱਤੀਆਂ ਤੇ ਸ਼ਾਖਾ ਸੁਖੜ ਹੋ ਕੇ ਸਿੱਧੀਆਂ ਖੜੀਆਂ ਹੋ ਗਈਆਂ। ਨੀਵੀਂ ਧੌਣ ਸਿੱਧੀ ਹੋ ਕੇ ਤਣ ਗਈ ਸੀ। ਅੱਖਾਂ ਲਿਸ਼ਕਣ ਲੱਗੀਆਂ। ਚਾਚਾ ਤੁਹਾਨੂੰ ਇੱਕ ਗੱਲ ਸੁਣਾਵਾਂ ਹਾਂ ਤੂੰ ਕੱਢ ਜਿਹੜਾ ਸੱਪ ਕੱਢਣਾ ਹੋਣਾ ਹੈ ਲੈ ਚਾਚਾ ਫਿਰ 100 ਦੀ ਕੋ ਗੱਲ ਸੁਣ ਚਾਚਾ ਭਾਵੇਂ ਭਾਪੇ ਧਰਮਿੰਦਰ ਨੇ ਮੇਰੇ ਨਾਲ ਬੜੀ ਮਾੜੀ ਕੀਤੀ ਆ। ਸਾਰੀ ਜਾਨ ਲਾਤੀ ਮੇਰੇ ਸੰਨੀ ਦੇ ਭਾਅ ਦੇ ਨਾਲ ਤੇ ਬੋਬੀ ਦੇ ਭਾਅ ਦੇ ਨਾਲ ਹੈ ਮੈਨੂੰ ਵਿੱਚ ਦਵਾਨੀ ਨਹੀਂ ਦਿੱਤੀ ਭਾਵੇਂ ਨੇ ਡਰ ਨਹੀਂ ਕਰਨਾ ਜਿਹੜਾ ਤੁਸੀਂ ਸਿਆਣੇ ਪਿਓ ਨੇ ਸਭ ਕੁਝ ਬਰਾਬਰ ਹੁੰਦੇ ਤੁਸੀਂ ਮੰਨਦੇ ਨਹੀਂ ਕਿ ਚਾਚਾ ਮੰਨਦੇ ਨਾ ਤੁਸੀਂ ਨਾ ਹੋਏ ਮੇਰੀ ਗੱਲ ਵੀ ਸੁਣ ਲੈ ਚਾਚਾ ਆ ਚਾਨਣ ਲੱਗਦਾ ਹੀ ਮੱਥੇ ਭਾਵੇਂ ਪਾਪਾ ਆਪਣੇ ਆਪ ਜਿੰਨਾ ਮਰਜ਼ੀ ਵੱਡਾ ਫੱਲੇ ਖਾਂ ਸਮਝ ਆਵੇ ਹੈਗਾ ਤੇ ਹੁਣ ਮੈਂ ਵੀ ਉਹਦਾ ਪੋਤਿਆ ਨਾ ਮਿੰਟੂ ਦਿਓਲ ਮੇਰੀਆਂ ਰਗਾਂ 'ਚ ਵੀ ਉਸ ਬੱਬਰ ਸ਼ੇਰ ਦਾ ਖੂਨ ਦੌੜਦਾ। ਲਾ ਚਾਚਾ ਸਵੇਰੇ ਝੂਠੀ ਵਸੀਅਤ ਦਾ ਕੇਸ ਅਦਾਲਤ ਤੇ ਲੱਗਾ ਹੈ ਭਾਵੇਂ ਚਾਚਾ ਮੈਨੂੰ ਸੁਪਰੀਮ ਕੋਰਟ ਨਾ ਜਾਣਾ ਪਵੇ ਮੈਂ ਆਪਣੇ ਹਿੱਸੇ ਦੀ ਇਜਾਜ਼ਤ ਲੈ ਕੇ ਛੱਡੂੰਗਾ। ਉਹ ਨਿੰਦਰਾ ਉਹ ਕਿੱਥੇ ਤੂੰ ਉਹ ਕਿੱਥੇ ਉਹ ਬਈ ਉਹਨਾਂ ਦੀ ਮੁੱਠੀ 'ਚ ਸਾਰੇ ਵਕੀਲ ਜੱਜ ਓਏ ਉਹਨਾਂ ਦੀ ਮੁੱਠੀ 'ਚ ਆ। ਉਹ ਮੈਂ ਤਾਂ ਸੁਣਿਆ ਤੂੰ ਤੇ ਕੰਮ ਧੰਦਾ ਵੀ ਛੱਡਾ ਬੈਠਾ ਹੈ। ਉਹ ਦੱਸ ਵਕੀਲ ਕਿੱਥੋਂ ਕਰੇਗਾ ਉਹ ਪੈਸੇ ਕਿੱਥੋਂ ਲੈ ਕੇ ਆਏਗਾ। ਉਹ ਸਾਰੇ ਫੈਸਲੇ ਦੌਲਤਮੰਦਾਂ ਦੇ ਹੱਕ 'ਚ ਹੁੰਦੇ ਆ। ਲਾ ਚਾਚਾ ਮੈਂ ਆਪਣਾ ਕੇਸ ਆਪ ਲੜੂੰਗਾ ਆ ਵਕੀਲ ਬਣ ਕੇ ਜਿਵੇਂ ਭਗਤ ਸੋਹਣੇ ਲੜਿਆ। ਕੀ ਬਾਤ ਹੈ ਬਈ ਸਤਨਾਮ ਆਪਣਾ ਨਿੰਦਰ ਬੜਾ ਗੁਣੀ ਗਿਆਨੀ ਹੈਗਾ ਇਹ ਭਗਤ ਸਿੰਘ ਬਾਰੇ ਵੀ ਜਾਣਦਾ ਹੀ ਜਾਣਦਾ ਕਿਉਂ ਨਹੀਂ ਹੋਣਾ ਭਗਤ ਸਿੰਘ ਦੀਆਂ ਪੰਜ ਫਿਲਮਾਂ ਮੈਂ 10 ਵਾਰੀ ਵੇਖੀਆਂ ਉੱਥੇ ਕਿਹੜੀ ਗੱਲ ਪੁੱਛੀ ਉਹ ਨਿੰਦਰਾ ਤੂੰ ਮੈਨੂੰ ਇਹ ਗੱਲ ਦੱਸ ਕਿ ਜੇ ਤੇਰੇ ਹੱਕ 'ਚ ਫੈਸਲਾ ਹੀ ਨਾ ਆਇਆ ਤਾਂ ਫਿਰ ਕੀ ਕਰੇਗਾ। ਨਾਲੇ ਭਗਤ ਸਿੰਘ ਦੇ ਹੱਕ 'ਚ ਕਿਹੜਾ ਫੈਸਲਾ ਗਿਆ ਸੀ ਹੈ। ਲਾ ਚਾਚਾ ਬੋਲੇ ਮੈਂ ਕੇਸ ਜਿੱਤੂ ਮੈਂ ਆਹੋ ਇਹ ਖੁਦਾ ਦਾ ਖਾਸਤਾ ਜੇ ਕਿਤੇ ਮੈਂ ਹਾਰ ਵੀ ਗਿਆ ਨਾ ਚਾਚਾ ਤਾਂ ਫੇਰ ਵੇਖੀ ਭਗਤ ਸਿੰਘ ਵਾਂਗੂ ਬੰਬ ਚੱਲਦੇ ਭਗਤ ਸਿੰਘ ਦਾ ਬੰਬ ਤੇ ਫੁੱਸ ਕਰ ਗਿਆ ਸੀ ਪਰ ਸਾਡਾ ਨਹੀਂ ਉਹ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਬੇਨਿਆਈ ਕੀਤੀ ਨਾ ਸਾਡੇ ਨਾਲ ਧੱਕੇ ਕੀਤੇ ਆ ਆਪਣਾ ਇੱਕ ਤੋਂ ਭਾਤਰੂ ਵੇਖੀ ਚਾਚਾ ਜਦੋਂ ਸਾਡੀ ਟੈਗਰ ਫੋਰਸ ਸਟੇਨਾਂ ਦੇ ਛਰਾਟੇ ਓਏ ਕੇਸ ਤਾਂ ਤੇਰੇ ਕੱਲੇ ਦਾ ਆ ਸਾਡੇ ਨਾਲ ਧੱਕਾ ਕੀਤਾ ਉਹ ਵਿੱਚ ਸਾਡੇ ਕੌਣ ਆ। ਸਾਡੇ ਵਿੱਚ ਅਸੀਂ ਸਾਰੇ ਜਿਹੜੇ ਉਹ ਕੋਈ ਦਿਨ ਖੇਡਣਾ ਮੌਜਾਂ ਮਾਰਨਾ ਉਹ ਤੇਰਾ ਰਾਜ ਸਦਾ ਨਹੀਂ ਰਹਿਣਾ ਉਹ ਸਾਡੇ ਦੁਸ਼ਮਣਾ ਉਹ ਸਾਡਾ ਰਾਜਾ ਤਾਂ ਵੇਖੀ ਉਹ ਸਲਮਿਆਂ ਤੇ ਖੁਰਸੀਆਂ ਚਕਾ ਦੇਾਂਗੇ ਉਹ ਭੁੰਜੇ ਪਰਾਲੀ ਵਿਛਾਗੇ ਸਭਨਾਂ ਵਾਲੀ ਬਹਿਣ ਦੀ ਥਾਂ ਬਣਾ ਦੇਾਂਗੇ ਉਹ ਧਰਮਿੰਦਰ ਤੇ ਸਨੀ ਦੀਆਂ ਫਿਲਮਾਂ ਬੰਦ ਕਰਾਂਗੇ ਉਹ ਭਗਤ ਸਿੰਘ ਦੀਆਂ ਫਿਲਮਾਂ ਚਲਾ ਦੇਾਂਗੇ ਉਹ ਬਾਹਰ ਸਭਨਾਂ ਵਾਲੀ ਲੰਗਰ ਲਾ ਦੇਾਂਗੇ ਉਹ ਸ੍ਰੀ ਦੇਵੀ ਨੂੰ ਆਖਣਾ ਤੂੰ ਇਸ ਸੁਰਗਾਂ ਨੂੰ ਸਾਡੀ ਹੀ ਲੱਗਦੀ ਤੂੰ ਸਾਡਾ
ਲਾ ਦੇਾਂਗੇ ਇਨਕਲਾਬ ਚਾਹ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ ਭਲਾ ਭਗਤ ਸਿੰਘ ਹੋਣੀ ਜੇਲ੍ਹ ਚ ਇੰਨੀ ਲੰਬੀ ਭੁੱਖ ਹੜਤਾਲ ਕਿਵੇਂ ਕਰ ਲੈਂਦੇ ਅੱਛਾ ਭਲਾ ਕੋਈ ਕਿੰਨਾ ਕੁ ਚਿਰ ਭੁੱਖਾ ਰਹਿ ਸਕਦਾ ਨਾ ਬਾਬਾ ਭੁੱਖ ਕੱਟਣੀ ਬੜੀ ਔਖੀ ਹੁੰਦੀ ਭੁੱਖਿਆਂ ਨੇ ਫਿਰ ਬੰਬ ਹੀ ਸੁੱਟਨੇ ਹੋਏ ਤੇ ਝਾੜੇ ਵਾਲੀ ਨਫ਼ ਤੇ ਆਖਿਆ ਦੇਖੋ ਬੜਾ ਚਾਹੇ ਦੇ ਮਨ ਤੇ ਕਰੋ ਮੈਂ ਚਾਚਾ ਮੈਂ ਚਾਚਾ ਚਾਚਾ ਕੰਮ ਤੇ ਆਇਆ ਕਰੇ ਚਾਚਾ ਹੁਣ ਨਹੀਂ ਪੁੱਤਰਾ ਕੰਮ ਤੇ ਹੁਣ ਤੂੰ ਛਿੰਨੋ ਕੋਲੀ ਕਰੀ ਨਿੰਦਰਾ ਪੁੱਤ ਨੇ ਰਬੜਾ ਹੋ ਗਿਆ ਜਾ ਮੇਰਾ ਪੁੱਤ ਘਰ ਹੈ ਗੁਰਪਾਲ ਹਾਂਜੀ ਉਹ ਆਣਾ ਨਿੰਦਰ ਘਰ ਚੱਲਿਆ ਇਹਨੂੰ ਤੋੜ ਕੇ ਤੇ ਬਾਹਰਲਾ ਦਰਵਾਜ਼ਾ ਬੰਦ ਕਰ ਗਿਆ ਜਾ ਮੇਰਾ ਪੁੱਤ ਜਲਦੀ ਜਾ ਚੱਲ ਲੈਟਰ ਆਇਆ ਮੇਰੇ ਸਿਰ ਪਹੁੰਚ ਘਰੇ ਵਿਚਾਰਾ ਪਾਰਟੀ ਹੋਈ ਸ਼ਖਸੀਅਤ ਅਸੀਂ ਤਾਂ ਸੋਚਿਆ ਸੀ ਬਈ ਨਿੰਦਰ ਨੂੰ ਮਿਲ ਕੇ ਘੜੀ ਖੁਸ਼ ਹੋਵਾਂਗੇ ਇੱਥੇ ਆ ਕੇ ਤਾਂ ਉਦਾਸ ਹੀ ਹੋ ਗਏ ਪਰ ਮਾਸਟਰ ਜੀ ਜਦੋਂ ਸੁਪਨੇ ਅਸਮਾਨੀ ਬਣਾ ਦਿੱਤੇ ਜਾਣ ਤੇ ਜ਼ਮੀਨੀ ਹਕੀਕਤ ਨੇ ਪੈਰਾਂ ਨੂੰ ਸੰਗਲ ਬੱਧੇ ਹੋਣ ਤਾਂ ਬੰਦੇ ਇੰਜ ਹੀ ਪਾੜਦੇ ਨੇ। ਠੀਕ ਹੈ ਮਾਸਟਰ ਜੀ ਚਲੋ ਆਓ ਚੱਲੀਏ ਚੱਲਦੇ ਆ ਸਾਨੂੰ ਕੌਣ ਲੀਡਰ ਮੁਰਗਾ ਦੇ ਵੀ ਪਾਹੇ ਮਿਲਣੇ ਸ਼ੁਰੂ ਹੋ ਗਈ ਹਾਂ ਲੀਡਰ ਵੰਡੇ 2 ਲੱਖ ਤਾਂ ਫਿਰ ਨਾਤੇ ਵੰਡੇ ਵੀ 2 ਲੱਖ ਹਾਂ ਇਹ ਲੀਡਰ ਵੰਡੇ 2 ਲੱਖ ਫਿਰ ਨਾਤੇ ਵੰਡੇ ਵੀ 2 ਲੱਖ ਪਰ ਨਾਤੇ ਵੰਡੇ ਕਿੱਦਾਂ 2 ਲੱਖ ਨਾਤੇ ਵੰਡੇ ਨਿੰਦਰ ਵੀ ਕੋਈ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਕਰੀ ਤੈਨੂੰ ਪੁੰਨ ਲੱਗੂਗਾ ਜਸਵੰਤ ਭਈ ਐ ਤਾਂ ਉਹਦਾ ਬਚਣਾ ਬੜਾ ਔਖਾ ਹੈ ਪਰ ਚਲੋ ਕੋਈ ਕਰਦੇ ਆ ਤੂੰ ਮੇਰਾ ਇੱਕ ਕੰਮ ਕਰ ਜਦ ਤੱਕ ਮੈਂ ਵਕਾਲਤਨਾਮੇ ਦੇ ਕਾਗਜ਼ ਪੱਤਰ ਤਿਆਰ ਕਰਨਾ ਤੂੰ ਕਰਦਾ ਕਿਆ ਤੇ ਜਦੋਂ ਪੁਲਿਸ ਨੂੰ ਪੇਸ਼ ਕਰੇ ਮੈਨੂੰ ਫੌਰਨ ਖਬਰ ਹਾਂ ਇਸ ਸਾਇਲ ਦੇ ਉੱਤੇ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਸਿਰ ਤੇ ਵੱਜੀ ਸੱਟ ਦਾ ਨਿਸ਼ਾਨ ਸਾਫ਼ ਦਿਖਾਈ ਦੇ ਰਿਹਾ ਕਮੀਜ਼ ਦਾ ਗਲਮਾ ਤੱਕ ਪਾੜ ਦਿੱਤਾ ਪੈਰਾਂ ਤੇ ਵੱਜੀਆਂ ਡਾਂਗਾਂ ਦੇ ਨਾਲ ਤਲੀਆਂ ਸੁੱਧੀਆਂ ਪਈਆਂ ਤੇ ਨਾਲੇ ਜਾਈ ਸਾਹਿਬ ਪੁਲਿਸ ਨੇ ਕਤਲ ਵਿੱਚ ਵਰਤੀ ਜਾਣ ਵਾਲੀ ਹੱਥੀ ਵੀ ਬਰਾਮਦ ਕਰ ਲਈ ਜਾਈ ਸਾਹਿਬ ਮੇਰੇ ਸਾਇਲ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੋ ਮੇਰੀ ਜਨਾਬ ਨੂੰ ਰਿਕੁਐਸਟ ਹੈ ਕਿ ਇਸ ਦੇ ਰਿਮਾਂਡ ਦੀ ਅਰਜ਼ੀ ਨੂੰ ਖਾਰਜ ਕਰਕੇ ਜੇਲ੍ਹ ਭੇਜਣ ਦੀ ਥਾਂ ਇਸ ਨੂੰ ਮੈਂਟਲ ਹਸਪੀਟਲ ਭੇਜਿਆ ਜਾਏ ਤਾਂ ਕਿ ਇਸ ਦਾ ਇਲਾਜ ਹੋ ਸਕੇ ਤੇ ਜਨਾਬ ਚਾਹਣ ਤਾਂ ਆਪ ਵੀ ਇਸ ਦੇ ਮੈਡੀਕਲ ਚੈੱਕਅਪ ਦੇ ਆਰਡਰ ਕਰ ਸਕਦੇ ਨੇ ਇਸ ਗੱਲ ਦਾ ਕੀ ਸਬੂਤ ਹੈ ਵਕੀਲ ਸਾਹਿਬ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਦਾਤਾ ਜਦੋਂ ਮੈਂ ਆਪ ਨੂੰ ਕਹਿਣਾ ਕਿ ਫੈਮਿਲੀ ਹਾਲ ਚ ਬੰਬ ਮੈਂ ਸੁੱਟਿਆ ਸੀ ਤੇ ਫਿਰ ਮੈਨੂੰ ਮਾਰਦੇ ਕਿਉਂ ਨਹੀਂ ਜਾਂਦਾ ਨਾਲੇ ਉਹ ਬੰਬ ਮੈਂ ਕਿਸੇ ਨੂੰ ਮਾਰ ਲਈ ਥੋੜੀ ਸੁੱਟਿਆ ਸੀ ਮੈਂ ਤੇ ਬੋਲਿਆ ਕੰਨਾਂ ਨੂੰ ਆਵਾਜ਼ ਸੁਣਾਉਣੇ ਸੁੱਟਿਆ ਸੀ ਹੁਣ ਜੇ ਕੋਈ ਕੁਰਸੀਆਂ ਥੱਲੇ ਵੜਦਾ ਹੋਇਆ ਆਪਣੇ ਸੱਟ ਲਵਾਵੇ ਤੇ ਮੇਰਾ ਕੀ ਕਸੂਰ ਹੈ ਦਾਤਾ ਤੁਸੀਂ ਆਪ ਆਰਡਰ ਹਿੰਦਰ ਨੂੰ ਚੁੱਪ ਕਰਾਵੇ ਹੁਣ ਦੱਸੋ ਕਦੋਂ ਤੱਕ ਸੰਨੀ ਹੋਣੀ ਪੈਸੇ ਤੇ ਪੁਲਿਸ ਦੇ ਜੋੜ ਨਾਲ ਸਾਡੇ ਮੂੰਹ ਘੁੱਟ ਕੇ ਬੰਦ ਕਰਾਈ ਜਾਣਗੇ ਦੱਸੋ ਮੈਂ ਆਪਣਾ ਕੇਸ ਆਪ ਲੜੂੰਗਾ ਤੇ ਉਦੋਂ ਤੱਕ ਲੜਦਾ ਰਹੂੰਗਾ ਜਦ ਤੱਕ ਨਾਤੇ ਪਿੱਲੀ ਤੇ ਤੰਤੋ ਦੇ ਕਾਤਲ ਨਹੀਂ ਫੜੇ ਜਾਂਦੇ ਤੇ ਤੰਤੋ ਦਾ ਕਾਤਲ ਕੰਜੇ ਦੇ ਮਰੀਜ਼ ਪੂਰੀ ਫਾਇਲ ਨਹੀਂ ਲੱਗਦਾ ਤੇ ਸਾਡੇ ਗੁਰਦੁਆਰੇ ਲੰਗਰ ਨਹੀਂ ਲੱਗਦਾ ਮੇਰੀ ਜੰਗ ਉਦੋਂ ਤੱਕ ਜਾਰੀ ਰਹੂਗੀ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਚੁੱਪ ਕਰ ਸਾਹਿਬ ਨਾਰਾਜ਼ ਹੋ ਜਾਣਗੇ ਲਾ ਚਾਚਾ ਭਲਾ ਜੱਜ ਸਾਪੜਾ ਕਿਉਂ ਨਾਰਾਜ਼ ਹੋਣਗੇ ਜੱਜ ਸਾਹਿਬ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਵਾ ਨਹੀਂ ਤੇ ਅਮਰੀਸ਼ ਕੁੜੀਆਂ ਦਾ ਧੱਕਾ ਤੇ ਫਿਰ ਇਦਾਂ ਹੀ ਚੱਲਦਾ ਰਹੂਗਾ ਹੈ ਇਨਕਲਾਬ ਜ਼ਿੰਦਾਬਾਦ ਚਾਚਾ ਕੋਈ ਇਨਕਲਾਬ ਕਰਾਏਗਾ ਜੱਜ ਸਾਹਿਬ ਮੈਂ ਬੋਲੂੰਗਾ ਮੈਂ ਇਹਨੇ ਸਾਲ ਚੁੱਪ ਹੀ ਰਿਹਾ ਜੱਜ ਸਾਹਿਬ ਅੱਜ ਮੈਂ ਬੋਲੂੰਗਾ ਤੇ ਉਦੋਂ ਤੱਕ ਬੋਲਦਾ ਰਹੂੰਗਾ ਜਦ ਤੱਕ ਮੇਰਾ ਬਿਆਨ ਅਖਬਾਰਾਂ ਵਿੱਚ ਨਹੀਂ ਛਪ ਜਾਂਦਾ ਜਦੋਂ ਮੇਰਾ ਬਿਆਨ ਅਖਬਾਰਾਂ ਵਿੱਚ ਛਪੂਗਾ ਨਾ ਤੇ ਦੁਨੀਆ ਵੇਖੂਗੀ ਆਪਣੇ ਹੱਕ ਕਿੱਦਾਂ ਲਏ ਜਾਂਦੇ ਆ ਜਿਹੜੀ ਗੱਲ ਭਗਤ ਸਿੰਘ ਕੋਲ ਨਹੀਂ ਨਾ ਬਣੀ ਉਹ ਗੱਲ ਮੈਂ ਬਣਾ ਕੇ ਛੱਡੂੰਗਾ ਮੈਂ ਹੀ ਕਰੂੰ ਕੋਈ ਰੌਲਾ ਪੀੜਾ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਦਾ ਰਾਹ ਸਾਡਾ ਰਾਹ ਕਿਸੇ ਪਾਗਲ ਦੇ ਉੱਤੇ ਫੌਜਦਾਰੀ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ
ਰੂਲਸ ਆਫ ਦੀ ਫਿਜ਼ੀਕਲ ਤੇ ਮੈਂਟਲ ਹੈਲਥ ਦੀ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਜਾਂਦੇ ਨੇ। ਥੈਂਕ ਯੂ ਜੱਜ ਸਾਹਿਬ, ਥੈਂਕ ਯੂ। ਕੈਮੋ ਨਿੰਦਰਾ, ਕੈਮੋ। ਵਕੀਲ ਚਾਚਾ, ਮੈਂ ਤੈਨੂੰ ਗੱਲ ਪੁੱਛਾਂ ਚਾਚਾ? ਭਲਾ ਉੱਥੇ ਜੇਲ੍ਹ 'ਚ ਮੈਨੂੰ ਖਾਣ ਵਾਸਤੇ ਰੋਟੀ ਤੇ ਮਿਲ ਜਾ ਕਰੂਗੀ ਨਾ? ਜੇ ਮੈਨੂੰ ਜੇਲ੍ਹ 'ਚ ਰੋਟੀ ਨਾ ਮਿਲੀ ਫਿਰ ਨਾ ਕਿ ਮੈਂ ਉੱਥੇ ਭੁੱਖ ਹੜਤਾਲ ਵੀ ਕਰ ਦੇਣੀ। ਮਿਲੂ ਸਭ ਕੁਝ ਹਾਂ ਲਾ ਚਾਚਾ, ਫਿਰ ਨਹੀਂ ਮੈਂ ਲਈਦਾ। ਫਿਰ ਤੇ ਮੈਂ ਬਾਕੀਆਂ ਕੈਦੀਆਂ ਦੀਆਂ ਮੰਗਾਂ ਲਈ ਵੀ ਨਾ ਡੱਟ ਕੇ ਖੜਾ ਹੋਊਂਗਾ। ਨਿੰਦਰਾ, ਚਾਚਾ ਮੈਂ ਰੋ ਨਾ ਲਵਾਂ ਇੱਕ ਵਾਰ। ਬਰਿਆਮ ਸੰਧੂਰਾ ਦੀ ਕਹਾਣੀ ਨੂੰ ਜਦੋਂ ਅਸੀਂ ਨਾਟਕੀ ਰੂਪ ਦੇ ਰਹੇ ਸੀ, ਬਿਲਕੁਲ ਮੇਰੇ ਸਾਹਮਣੇ ਇਹ ਜਿਹੜਾ ਕਰੈਕਟਰ ਤੁਸੀਂ ਦੇਖ ਰਹੇ ਸੀ, ਭਾਜੀ ਦੇ ਬਹੁਤ ਸਾਰੇ ਨਾਟਕਾਂ ਵਿੱਚ ਇਹ ਕਰੈਕਟਰ ਹੈ। ਭਗਤ ਉਹਦੇ ਵਿੱਚ ਆਉਂਦਾ ਹੈ, ਵੇੜੇ ਵਾਲੇ ਕਿਸਾਂ ਵਾਲੇ, ਇਹੋ ਜਿਹੇ ਬੜੇ ਨਾਟਕ ਭਾਜੀ ਜਿਹਦੇ ਵਿੱਚ ਇਹਦੇ ਰਾਹੀਂ ਗੱਲ ਕਰਦੇ ਸੀ। ਸੋ ਭਾਜੀ ਇਸ ਨਾਟਕ ਦੇ ਰਾਹੀਂ ਬਹੁਤ ਯਾਦ ਆਏ ਜਦੋਂ ਅਸੀਂ ਕਰ ਰਹੇ ਸੀ। ਸੋ ਇਸ ਨਾਟਕ ਨੂੰ ਪੇਸ਼ ਕਰ ਰਹੇ ਸਨ ਕਲਾਕਾਰ ਕਾਲਾ शर्मा, सतनाम निगम, सादिक सिंह, जिन्हों ने म्यूजिक तैयार किया जनाब रोल भी कर रहे थे रविंदर स्टोर, और इस नाटक का नायक गुरतेज मान। लगभग 17-18 साल तो मेरे नाल मेरे थिएटर ग्रुप के नाल जुड़िया हुआ है, और ये जिन्ना इस नाटक के विच बोलता है यार मेरे बहुत सारे नाटकों का हीरो है। और जदों ये आया सी 17-18 साल पहले तो इसकी कोई जुबान की प्रॉब्लम सी, तो मैं पहले नाटक च रोल दिता, 3-4 लाइनां सीगियां, वो भी मैं खोलियां, मैं कहनी नहीं तेरे को नहीं बोलिया जाना। तो ये 3-4 साल इदां ही मेरे नाल लगा है भीड़ दे विच, हुणे बोलणों नहीं हटदा।
ਜਦੋਂ ਇਸ ਤਰ੍ਹਾਂ ਦਾ ਨਾਟਕ ਪੇਸ਼ ਹੋ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਤਬਦੀਲ ਕਰਨੀਆਂ ਪੈਂਦੀਆਂ। ਗੁਰਸੇਵਕ ਜੀ, ਮੈਂ ਕੋਈ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ, ਬਸ ਇੱਕ ਕੋਈ ਲਾਈਨ ਬੋਲ ਕੇ ਮੈਂ ਵਾਪਸ ਚਲ ਜਾਵਾਂਗਾ ਕਿ ਜਿਸ ਰੰਗਮੰਚ ਦੇ ਇਤਿਹਾਸ ਦੇ ਵਿੱਚ ਗੁਰਸ਼ਰਨ ਸਿੰਘ ਵਰਗੇ ਉਸ ਰੰਗਮੰਚ ਦੀ ਪਿੱਠ ਤੇ ਖੜੇ ਹੋਣ, ਉੱਥੇ ਫਿਰ ਕੇਵਲ ਧਾਲੀਵਾਲ ਇਸ ਤਰ੍ਹਾਂ ਦਾ ਨਾਟਕ ਕਰਦਾ ਹੈ। ਭਾਜੀ ਇਸ ਗੱਲ ਕਹਿੰਦੇ ਸੀ ਕਿ ਜੇ ਕੁਝ ਕਹਿਣਾ ਨਹੀਂ ਤੇ ਨਾਟਕ ਕਿਉਂ ਕਰਨਾ, ਤੇ ਸੁਪਨਾ ਜਾਗਣਾ ਚਾਹੀਦਾ, ਇੱਛਾ ਪੈਦਾ ਹੋਣੀ ਚਾਹੀਦੀ ਹੈ। ਅੱਜ ਲੱਗਦਾ ਉਹਨਾਂ ਸੁਪਨਿਆਂ ਨੂੰ ਫੇਰ ਇੱਕ ਵਾਰੀ ਖੱਬ ਮਿਲੇ ਨੇ। ਭਾਜੀ ਗੁਰਸ਼ਰਨ ਸਿੰਘ, ਖੁਸ਼ ਤਾਂ ਹੋ ਨਾ ਤੁਸੀਂ? ਥੈਂਕ ਯੂ। ਡਾਕਟਰ ਅਰੀਫ, ਡਾਕਟਰ ਨੌਸ਼ਰਨ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹਨੂੰ ਮੈਡਮ ਅਮਰਜੀਤ ਭਾਜੀ, ਮੈਡਮ ਅਮਰਜੀਤ ਜੀ, ਪ੍ਰੀਤਮ ਰਪਾਲ ਜੀ ਸਾਡੇ ਵਿੱਚ ਨੇ ਬਿਲਾਸਮੀ ਨਾਟਕ ਕਰਨ ਲਈ ਸਪੈਸ਼ਲ। ਬਿਲਾਸਮੀ ਨਾਟਕ ਕਰਨ ਲਈ 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 ਬਿਲਾਸਮੀ ਨਾਟਕ ਕਰਨ ਲਈ